ਸਾਹਿਬ ਜੀ। ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਹਿਨੜੀ ਜਾਤ ਮੇਰੀ ਜਾਦ ਮੁਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਲੈ ਕਮਲੀ ਚੱਲਿਓ ਪਲਟਾਏ, ਦੇਹੁਰੇ ਪਾਛੈ ਬੈਠਾ ਜਾਏ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ। ਹਰ ਨਾਕਸ ਦੁਸ਼ਟ ਹਰ ਮਾਰੇ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਸੁਖੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਅ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋ ਜਪੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੇ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੋਂਡ ਪੈਰੋਂ ਭੂਤ ਸੀਤਲਾ ਧਵੈ, ਖਰ ਬਾਹਨ ਉਹ ਸ਼ਾਰ ਉਡਾਵੈ। ਹੋ ਤੋ ਏਕ ਰਮਈਆ ਲਹੋ, ਆਨ ਦੇਵ ਬਦਲਾਵਨ ਦੇਹੋ। ਪੈਰੋ ਭੂਤ ਸੀਤਲਾ ਧਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਦਿਆਂ ਹੋਇਆਂ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹਨ ਵਾਸਤੇ, ਗੁਰਬਾਣੀ ਸਰਵਨ ਕਰਨ ਵਾਸਤੇ
ਧੰਨ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਵਾਸਤੇ ਇਹ ਸਤ ਸੰਗਤ ਦਾ ਸਮਾਂ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ ਹੈ। ਗੁਰਮੁਖ ਜਨ ਵਡਭਾਗੀ ਬਣੇ ਨੇ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਗੁਰਬਾਣੀ ਨੂੰ ਸਰਵਣ ਕਰਕੇ ਮਿਲਿਆ ਹੋਇਆ ਇਹ ਸਮਾਂ ਤੇ ਸਵਾਸ ਸਫਲੇ ਬਣਾਏ ਨੇ। ਆਓ ਮਨ ਦੇ ਧਿਆਨ ਨੂੰ ਟਿਕਾਈਏ ਭਾਵਨਾ ਦੇ ਨਾਲ ਜੋ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਪ੍ਰਾਪਤ ਹੋ ਰਹੀ ਹੈ, ਸਰਵਨ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੋਂਡ ਰਾਗ ਦਾ ਇਹ ਸ਼ਬਦ ਹੈ। ਭਗਤ ਨਾਮਦੇਵ ਜੀਆਂ ਦੇ 7 ਸ਼ਬਦ ਇਸ ਰਾਗ ਦੇ ਵਿੱਚ ਮਹਾਰਾਜ ਨੇ ਲਿਖੇ ਨੇ। 7 ਵਿੱਚੋਂ ਅੱਜ ਆਪਾਂ ਨੂੰ ਇਹ ਜੋ ਸ਼ਬਦ ਹੈ ਇਹ 6ਵਾਂ ਸ਼ਬਦ ਪ੍ਰਾਪਤ ਹੋ ਰਿਹਾ ਹੈ। 5 ਸ਼ਬਦ ਇਸ ਤੋਂ ਪਹਿਲਾਂ ਆਪਾਂ ਸਰਵਨ ਕਰ ਲਏ। ਇਹ 6ਵਾਂ ਸ਼ਬਦ ਹੈ। ਭਗਤ ਨਾਮਦੇਵ ਜੀ ਇਹ ਸ਼ਬਦ ਬਖਸ਼ਿਸ਼ ਕਰਦੇ ਹਨ। ਪੈਰੋ ਭੂਤ ਸੀਤਲਾ ਧਾਵੈ। ਭਗਤ ਨਾਮਦੇਵ ਜੀ ਦੀ ਮਹਿਮਾ ਹੈ ਨਾ। ਦੇਹੁਰਾ ਮੰਦਰ ਫੇਰਿਆ ਗਿਆ। ਇੱਕ ਵਾਰੀ ਮਰੀ ਹੋਈ ਗਊ ਜਿਹੜੀ ਹੈ ਉਹ ਜਿਉਂਦਾ ਕੀਤੀ ਹੈ। ਇਤਿਹਾਸ ਵਿੱਚ ਬਚਨ ਆਉਂਦਾ ਹੈ ਕਿ ਕਿਸੇ ਕਾਰਨ ਗਾਂ ਮਰ ਗਈ ਤੇ ਲੋਕਾਂ ਨੇ ਰਾਜੇ ਦੇ ਸਮੇਤ ਭਗਤ ਜੀ ਦਾ ਵਿਰੋਧ ਕੀਤਾ। ਰਾਜਾ ਵੀ ਆਪਣੀ ਵੱਡੀ ਫੌਜ ਲੈ ਕੇ ਭਗਤ ਨਾਮਦੇਵ ਜੀ ਨੂੰ ਗ੍ਰਿਫਤਾਰ ਕਰਕੇ ਤਸੀਹੇ ਦੇ ਕੇ ਕਸ਼ਟ ਦੇ ਕੇ ਮਾਰਨਾ ਚਾਹੁੰਦਾ। ਉਸ ਵੇਲੇ ਪਰਮੇਸ਼ਰ ਜੀ ਪ੍ਰਗਟ ਹੋਏ। ਗਰੁੜ ਚੜ੍ਹੇ ਗੋਬਿੰਦ ਆਇਲਾ ਬਚਨ ਲਿਖੇ ਨਾਮਦੇਵ ਜੀਆਂ ਤੇ ਭਗਵਾਨ ਜੀ ਨੇ ਆ ਕੇ ਪੁੱਛਿਆ ਵੀ ਨਾਮਦੇਵ ਦੱਸ ਕੀ ਚਾਹੀਦਾ। ਕਹਿ ਹੈ ਤਾਂ ਧਰਨੇ ਕੋਡੀ ਕਰੋ, ਕਹਿ ਹੈ ਤਾਂ ਲੇਕਰ ਉੱਪਰ ਧਰੋ। ਨਾਮਦੇਵ ਜੇ ਤੁਹਾਡਾ ਹੁਕਮ ਹੋ ਜਾਵੇ ਇਹ ਧਰਤੀ ਟੇਢੀ ਕਰ ਦਈਏ ਤੇ ਸਾਰੇ ਜੀਵ ਜਿਹੜੇ ਨੇ ਰਿੜ ਕੇ ਸਮੁੰਦਰ ਵਿੱਚ ਜਾ ਪੈਣ, ਕੋਈ ਰਵੇ ਹੀ ਨਾ। ਜੇ ਤੂੰ ਕਹਿ ਦੇਵੇਂ ਤੇ ਧਰਤੀ ਚੁੱਕ ਕੇ ਇਹ ਜਿਹੜੇ ਲੋਕ ਨੇ ਤੈਨੂੰ ਅਤਿਆਚਾਰ ਤੈਨੂੰ ਦੁੱਖ ਦਿੰਦੇ ਪਏ, ਜੇ ਤੁਸੀਂ ਚਾਹੋ ਤੇ ਇਹਨਾਂ ਨੂੰ ਇਸ ਧਰਤੀ ਦੇ ਥੱਲੇ ਦੇ ਕੇ ਮਾਰ ਦਈਏ। ਦੱਸੋ ਤੁਸੀਂ ਕੀ ਚਾਹੁੰਦੇ ਹੋ। ਕਹਿ ਤਾਂ ਧਰਨਾ ਇਹ ਕੋਡੀ ਕਰੋ, ਕਹੋ ਤੇ ਧਰਤੀ ਟੇਢੀ ਕਰ ਦਈਏ। ਉਸ ਵੇਲੇ ਭਗਤ ਨਾਮਦੇਵ ਜੀ ਨੇ ਸੁਣਿਆ ਬਚਨ। ਭਗਤ ਜੀ ਕਹਿਣ ਲੱਗੇ ਵੀ ਨਹੀਂ, ਇਸ ਤਰ੍ਹਾਂ ਨਹੀਂ ਕਰਨਾ ਹੈ। ਤੁਸੀਂ ਕਿਰਪਾ ਕਰੋ ਇਸ ਗਊ ਨੂੰ ਜਿਉਂਦਾ ਕਰ ਦਿਓ ਤਾਂ ਕਿ ਉਹਦਾ ਵੱਛਾ ਜਿਹੜਾ ਤੜਫਦਾ ਪਿਆ ਹੈ ਆਪਣੀ ਮਾਂ ਦਾ ਦੁੱਧ ਪੀਵੇ। ਉਸ ਵੇਲੇ ਭਗਤ ਜੀਆਂ ਦਾ ਇਹ ਬਚਨ ਸੁਣ ਕੇ ਫਿਰ ਗਊ ਜਿਉਂਦਾ ਕੀਤੇ। ਹੁਣ ਭਗਤ ਜੀ ਦੀ ਬੜੀ ਮਹਿਮਾ ਹੋ ਗਈ ਹੈ ਵੀ ਮਰੀ ਹੋਈ ਗਊ ਇਹਨਾਂ ਦੇ ਕਹਿਣ ਕਰਕੇ ਜਿਉਂਦਾ ਹੋ ਗਈ ਹੈ। ਜੇ ਮੰਦਰ ਦੇ ਵਿੱਚੋਂ ਕੱਢ ਕੇ ਬਾਹਰ ਬਿਠਾ ਦਿੱਤਾ ਗਿਆ ਤੇ ਮੰਦਰ ਦਾ ਮੂੰਹ ਇਹਨਾਂ ਵੱਲ ਹੋ ਗਿਆ। ਭਗਤ ਜੀ ਦੀ ਬੜੀ ਮਹਿਮਾ ਸੁਣ ਕੇ ਕੁਝ ਲੋਕ ਭਗਤ ਜੀਆਂ ਦੇ ਕੋਲ ਆ ਗਏ। ਕੋਈ ਆਖਦਾ ਭਗਤ ਜੀ ਤੁਸੀਂ ਭੈਰੋਂ ਦੀ ਪੂਜਾ ਕਰੋ, ਕੋਈ ਆਖਦਾ ਸੀਤਲਾ ਦੀ ਪੂਜਾ ਕਰੋ, ਕੋਈ ਆਖਦਾ ਭੂਤਾਂ ਦੀ ਪੂਜਾ ਕਰੋ, ਕੋਈ ਆਖਦਾ ਸ਼ਿਵ ਜੀ ਦੀ ਪੂਜਾ ਕਰੋ, ਕੋਈ ਆਖਦਾ ਦੇਵੀ ਦੀ ਪੂਜਾ ਕਰੋ। ਇਹ ਸਾਰੇ ਜਾਣੇ ਆਪੋ ਆਪਣੇ ਦੇਵਤੇ ਦੀ ਮਹਿਮਾ ਦੱਸਣ ਲੱਗ ਪਏ। ਮੇਰਾ ਦੇਵਤਾ ਇਹ ਕਰ ਸਕਦਾ, ਮੇਰਾ ਦੇਵਤਾ ਇਹ ਕਰ ਸਕਦਾ। ਤੁਸੀਂ ਦੇਵੀ ਦੇਵਤਿਆਂ ਦੀ ਪੂਜਾ ਕਿਵੇਂ ਕਰਨੀ ਹੈ ਸਾਡੇ ਕੋਲੋਂ ਸਿੱਖ ਲਓ। ਜਿਹੜਾ ਮੰਤਰ ਤੁਸੀਂ ਜਪਿਆ ਹੈ ਮੰਦਰ ਫੇਰਨ ਵੇਲੇ ਉਹ ਮੰਤਰ ਸਾਨੂੰ ਦੇ ਦਿਓ। ਭਗਤ ਨਾਮਦੇਵ ਜੀ ਨੇ ਸੁਣਿਆ ਬਚਨ ਤੇ ਫਿਰ ਉੱਤਰ ਦਿੰਦੇ ਕਹਿਣ ਲੱਗੇ ਆਣ ਦੇਵ ਬਦਲਾਵ ਨ ਦੈ ਹੋ ਤੋ ਏਕ ਰਮਈਆ ਲੈ ਹੋ।
ਕਹਿੰਦੇ ਭਾਈ ਮੈਂ ਤੇ ਇੱਕ ਰੱਬ ਦਾ ਹੀ ਨਾਮ ਲਵਾਂਗਾ, ਨਾ ਮੈਂ ਸੀਤਲਾ ਦਾ ਨਾਮ ਲਵਾਂ, ਨਾ ਮੈਂ ਕਿਸੇ ਭੈਰੋਂ ਭੂਤ ਦਾ ਨਾਮ ਲਵਾਂ, ਮੈਂ ਕਿਸੇ ਦਾ ਨਾਮ ਨਹੀਂ ਲੈਣਾ, ਮੈਂ ਤੇ ਇੱਕ ਰਮਈਆ ਜੋ ਰਮਿਆ ਹੋਇਆ ਪਰਮਾਤਮਾ ਉਹਦਾ ਨਾਮ ਲਵਾਂਗਾ। ਅਤੇ ਉਸ ਤੋਂ ਬਾਅਦ ਵਿੱਚ ਮੈਂ ਉਸ ਪਰਮਾਤਮਾ ਦਾ ਨਾਮ ਤੁਹਾਨੂੰ ਕਿਸੇ ਬਦਲੇ ਦੇਵਾਂਗਾ ਵੀ ਨਹੀਂ। ਜੇ ਤੁਸੀਂ ਆਖੋ ਨਾ ਵੀ ਕਿਸੇ ਭੈਰੋਂ ਭੂਤ ਦੀ ਪੂਜਾ ਦੇ ਬਦਲੇ ਮੈਂ ਤੁਹਾਨੂੰ ਰੱਬ ਦਾ ਨਾਮ ਦੇ ਦਿਆ, ਨਹੀਂ ਮੈਂ ਰੱਬ ਦਾ ਨਾਮ ਨਹੀਂ ਦੇਵਾਂਗਾ। ਇਹ ਉਹਦੀਆਂ ਪੰਕਤੀਆਂ ਨੇ। ਹਉ ਤੋਂ ਇੱਕ ਰਮਈਆ ਲੈ ਹੋ, ਮੈਂ ਤੇ ਇੱਕ ਰਮਈਆ ਜੋ ਰਮਿਆ ਹੋਇਆ ਉਹਦਾ ਹੀ ਨਾਮ ਲਵਾਂਗਾ। ਆਣ ਦੇ ਬਦਲਾਵਣ ਦੇ ਹੋ, ਹੋਰ ਮੈਂ ਕਿਸੇ ਉਹਦੇ ਬਦਲੇ ਕਿਸੇ ਹੋਰ ਦੀ ਪੂਜਾ ਜਾਂ ਸੇਵਾ ਨਹੀਂ ਲਵਾਂਗਾ, ਨਾ ਹੀ ਤੁਹਾਨੂੰ ਰੱਬ ਦਾ ਨਾਮ ਦੇਵਾਂਗਾ। ਤੇ ਫਿਰ ਬਖਸ਼ਿਸ਼ ਕਰਦੇ ਹਨ। ਭੈਰੋ ਭੂਤ ਸੀਤਲਾ ਧਾਵੈ। ਕਹਿਣ ਲੱਗੇ ਗੁਰਮੁਖੋ ਜਿਹੜਾ ਭੈਰੋਂ ਹੈ, ਕੁਝ ਲੋਕ ਭੈਰੋਂ ਦੀ ਪੂਜਾ ਕਰਦੇ, ਕੁਝ ਲੋਕ ਭੂਤਾਂ ਦੀ ਪੂਜਾ ਕਰਦੇ, ਤੇ ਕੁਝ ਲੋਕ ਸੀਤਲਾ ਨਾਮ ਦੀ ਜਿਹੜੀ ਦੇਵੀ ਉਹਦੀ ਪੂਜਾ ਕਰਦੇ। ਭਗਤ ਜੀ ਕਹਿਣ ਲੱਗੇ ਜਿਹੜੇ ਲੋਕ ਭੈਰੋਂ ਦੀ ਪੂਜਾ ਕਰਦੇ ਕਰ ਲੈਣ, ਸੀਤਲਾ ਦੀ ਭੂਤਾਂ ਦੀ ਕਰਦੇ ਕਰ ਲੈਣ, ਪਰ ਅਸੀਂ ਇਸ ਦੀ ਪੂਜਾ ਨਹੀਂ ਕਰਨੀ ਹੈ। ਹਰ ਬਾਹਨ ਉਹ ਛਾਰ ਉਡਾਵੈ। ਜੇ ਇਹਨਾਂ ਦੀ ਪੂਜਾ ਕਰਾਂਗੇ ਤੇ ਗੁਰਮੁਖੋ ਗ੍ਰੰਥਾਂ ਵਿੱਚ ਇਹ ਬਚਨ ਲਿਖਿਆ ਹੈ, ਜੇ ਭੈਰੋਂ ਦੀ ਪੂਜਾ ਪੂਰੀ ਪੂਰੀ ਕਰ ਲਈ, ਵੀ ਪੂਜਾ ਵਿੱਚ ਕੋਈ ਫਰਕ ਨਾ ਰਿਹਾ, ਪੂਰੀ ਪੂਜਾ ਹੋ ਗਈ ਹੈ, ਤੇ ਫਿਰ ਉਹ ਜਿਹੜਾ ਪੂਜਕ ਹੈ ਨਾ, ਪੂਜਣ ਵਾਲਾ, ਉਹ ਭੈਰੋਂ ਦਾ ਰੂਪ ਹੋ ਜਾਏਗਾ। ਵਾਲ ਉਹਦੇ ਖੁੱਲ੍ਹੇ ਹੋਣਗੇ, ਰੰਗ ਉਹਦਾ ਕਾਲਾ ਹੋਵੇਗਾ ਤੇ ਕੁੱਤੇ ਦੀ ਸਵਾਰੀ ਕਰੇਗਾ। ਭੈਰੋਂ ਦੀ ਸਵਾਰੀ ਕਾਲੇ ਕੁੱਤੇ ਦੀ ਮੰਨੀ ਹੈ, ਵੀ ਕਾਲੇ ਕੁੱਤੇ ਦੀ ਸਵਾਰੀ ਭੈਰੋਂ ਕਰਦਾ। ਤਾਂ ਹੀ ਕੁਝ ਲੋਕ ਆਖਦੇ ਨਾ ਕੁੱਤੇ ਨੂੰ ਰੋਟੀ ਚੋਪੜ ਕੇ ਪਾਓ ਤੇਲ ਦੇ ਨਾਲ, ਸਰੋਂ ਦੇ ਤੇਲ ਦੇ ਨਾਲ ਕਾਲੇ ਕੁੱਤੇ ਨੂੰ ਰੋਟੀ ਪਾਉਂਦੇ ਨੇ ਭੈਰੋਂ ਦੀ ਪੂਜਾ ਕਰਨ ਵਾਲੇ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਜੇ ਤੇ ਭੈਰੋਂ ਦੀ ਪੂਜਾ ਪੂਰੀ ਹੋ ਗਈ ਤੇ ਫਿਰ ਭੈਰੋਂ ਬਣ ਜਾਏਗਾ, ਵਾਲ ਖੁੱਲ੍ਹੇ ਹੋਣਗੇ, ਸਰੀਰ ਕਾਲਾ ਮਿਲੇਗਾ ਤੇ ਕੁੱਤੇ ਦੀ ਸਵਾਰੀ ਮਿਲੇਗੀ। ਤੇ ਜੇ ਭੈਰੋਂ ਦੀ ਪੂਜਾ ਪੂਰੀ ਨਾ ਹੋਈ, ਕੋਈ ਗੜਬੜ ਰਹਿ ਗਈ, ਕੋਈ ਢਿੱਲ ਮੱਠ ਰਹਿ ਗਈ, ਕੋਈ ਰੁਕਾਵਟ ਪੈ ਗਈ, ਤੇ ਫਿਰ ਉਹ ਜਿਹੜਾ ਭੈਰੋਂ ਹੈ ਉਹਦੀ ਸਵਾਰੀ ਕੁੱਤਾ ਬਣਨਾ ਪਵੇਗਾ। ਫਿਰ ਕੁੱਤਾ ਬਣ ਕੇ ਗਲੀਆਂ ਵਿੱਚ ਦੌੜਿਆ ਫਿਰੇਗਾ। ਹੁਣ ਇਹ ਮਰਜ਼ੀ ਮਨੁੱਖ ਦੀ ਹੈ ਕਿ ਉਸਨੇ ਕੁੱਤਾ ਬਣਨਾ ਹੈ, ਕਿ ਭੈਰੋਂ ਬਣਨਾ ਹੈ, ਕਿ ਮੁਕਤ ਹੋਣਾ ਹੈ। ਪੂਜਾ ਪੂਰੀ ਹੋਵੇਗੀ ਭੈਰੋਂ ਬਣ ਜਾਏਗਾ, ਪੂਜਾ ਅਧੂਰੀ ਰਹਿ ਗਈ ਤੇ ਕੁੱਤਾ ਬਣ ਜਾਏਗਾ। ਕਹਿਣ ਲੱਗੇ ਭਾਈ ਅਸੀਂ ਤੇ ਇਹ ਕੰਮ ਨਹੀਂ ਕਰਾਂਗੇ, ਅਸੀਂ ਕਿਸੇ ਭੈਰੋਂ ਨੂੰ ਨਹੀਂ ਮੰਨਦੇ ਹਾਂ ਤੇ ਨਾ ਹੀ ਕਿਸੇ ਦੀ ਪੂਜਾ ਕਰਦੇ ਹਾਂ। ਫਿਰ ਬਖਸ਼ਿਸ਼ ਕਰਦੇ ਹਨ। ਹਰ ਬਾਹਨ ਉਹ ਛਾਰ ਉਡਾਵੈ। ਦੂਜਾ ਬਚਨ ਕੀਤਾ ਹੈ ਭੂਤ। ਕੁਝ ਲੋਕ ਭੂਤਾਂ ਦੀ ਪੂਜਾ ਕਰਦੇ। ਮਹਾਰਾਜ ਕਹਿਣ ਲੱਗੇ ਜੇ ਭੂਤਾਂ ਦੀ ਪੂਜਾ ਕਰੇਗਾ ਤੇ ਭੂਤ ਬਣ ਜਾਏਗਾ, ਭੂਤ ਬਣ ਕੇ ਤੁਰਿਆ ਫਿਰੇਗਾ, ਕਦੇ ਕਿਸੇ ਸਰੀਰ ਵਿੱਚ ਵੜ ਗਿਆ, ਕਦੇ ਕਿਸੇ ਸਰੀਰ ਵਿੱਚ ਵੜ ਗਿਆ, ਲੋਕਾਂ ਨੂੰ ਤੜਫਾਉਂਦਾ ਰਹੇਗਾ। ਜੇ ਉਪਾਸਨਾ ਪੂਰੀ ਨਾ ਹੋਈ, ਫਿਰ ਭੂਤ ਦਾ ਜਿਹੜਾ ਵਾਹਨ ਹੈ, ਭੂਤਾਂ ਦਾ ਵਾਹਨ ਵਾਵਰੋਲਾ ਮੰਨਿਆ ਹੈ। ਵਾਵਰੋਲੇ ਆਉਂਦੇ ਨਾ, ਹਵਾ ਗੋਲ ਗੋਲ ਘੁੰਮਦੀ ਹੈ, ਕਈ ਕੁਝ ਧਰਤੀ ਤੋਂ ਉਡਾ ਕੇ ਤਾਂ ਆਕਾਸ਼ ਨੂੰ ਸੁੱਟ ਦਿੰਦੇ। ਬੜੇ ਬੜੇ ਵੱਡੇ ਵਾਵਰੋਲੇ ਚੱਲਦੇ। ਨਾਮਦੇਵ ਜੀ ਕਹਿਣ ਲੱਗੇ ਜੇ ਪੂਜਾ ਪੂਰੀ ਹੋ ਗਈ ਤੇ ਭੂਤ ਬਣਨਾ ਪਵੇਗਾ। ਤੇ ਭੂਤ ਬਣਨਾ ਕਿਹੜੀ ਚੰਗੀ ਗੱਲ ਹੈ, ਮਾੜੀ ਗੱਲ ਹੀ ਹੈ ਨਾ, ਭੜਕਦੇ ਰਹੋ। ਤੇ ਜੇ ਪੂਜਾ ਪੂਰੀ ਨਹੀਂ ਹੋਈ ਤੇ ਫਿਰ ਉਹਦਾ ਵਾਹਨ, ਉਹਦੀ ਸਵਾਰੀ ਬਣਨਾ ਪਵੇਗਾ। ਭੂਤਾਂ ਦੀ ਸਵਾਰੀ ਵਾਵਰੋਲਾ ਹੈ, ਫਿਰ ਵਾਵਰੋਲਾ ਬਣ ਕੇ ਧਰਤੀ ਤੇ ਘੁੰਮਦਾ ਰਹੇ, ਕਦੇ ਇੱਧਰ ਕਦੇ ਉੱਧਰ। ਉਹ ਫਿਰ ਉਹਨਾਂ ਦੀ ਸਵਾਰੀ ਬਣ ਜਾਂਦੇ, ਵਾਵਰੋਲੇ ਬਣ ਜਾਣਗੇ। ਤਾਂ ਕਰਕੇ ਅਸੀਂ ਭੂਤਾਂ ਦੀ ਪੂਜਾ ਨਹੀਂ ਕਰਦੇ, ਤਾਂ ਕਰਕੇ ਅਸੀਂ ਭੈਰੋਂ ਦੀ ਪੂਜਾ ਨਹੀਂ ਕਰਦੇ। ਜਾਂ ਭੈਰੋਂ ਬਣਨਾ ਪਵੇਗਾ, ਜਾਂ ਉਹਦੀ ਸਵਾਰੀ ਕੁੱਤਾ ਬਣਨਾ ਪਵੇਗਾ, ਜਾਂ ਭੂਤ ਬਣਨਾ ਪਵੇਗਾ, ਜਾਂ ਭੂਤ ਦੀ ਸਵਾਰੀ ਫਿਰ ਵਾਵਰੋਲਾ ਬਣਨਾ ਪਵੇਗਾ। ਇਸ ਕਰਕੇ ਇਹਨਾਂ ਕੰਮਾਂ ਵਿੱਚ ਕਹਿਣ ਲੱਗੇ ਨਾਮਦੇਵ ਜੀ ਅਸੀਂ ਨਹੀਂ ਪੈਂਦੇ ਹਾਂ। ਸੋ ਗੁਰਮੁਖੋ ਕੁਝ ਲੋਕ ਭੂਤਾਂ ਪ੍ਰੇਤਾਂ ਨੂੰ ਜਗਾ ਲੈਂਦੇ, ਕੁਝ ਲੋਕ ਭੂਤਾਂ ਨੂੰ ਵਸ ਕਰ ਲੈਂਦੇ। ਕਾਲੇ ਇਲਮ ਦੇ ਨਾਲ ਨਾ ਮਸਾਨ ਉਠਾਏ ਜਾਂਦੇ। ਜਿੱਥੇ ਕੋਈ ਮਰੇ ਦਾ ਸੰਸਕਾਰ ਕੀਤਾ, ਆਪਣੇ ਮੰਤਰਾਂ ਦੇ ਬਲ ਦੇ ਨਾਲ ਉਸਦੀ ਆਤਮਾ ਨੂੰ ਉਠਾਉਣਾ, ਉਹਦੇ ਕੋਲੋਂ ਕੰਮ ਲੈਣਾ।
ਪਰ ਕਾਲਾ ਮੰਤਰ ਸਿੱਧ ਕਰਨ ਵਾਲੇ ਨੂੰ ਸਜ਼ਾ ਇਹ ਮਿਲਦੀ ਹੈ ਕਿ ਮਰਨ ਤੋਂ ਬਾਅਦ ਵਿੱਚ ਉਹ ਮੁਕਤ ਨਹੀਂ ਹੋ ਸਕਦਾ। ਮਰ ਕੇ ਉਸ ਨੂੰ ਵੀ ਭੂਤ ਹੀ ਬਣਨਾ ਪਵੇਗਾ। ਜਿਨ੍ਹਾਂ ਭੂਤਾਂ ਦੇ ਕੋਲੋਂ ਕੰਮ ਲਿਆ ਹੈ ਮੰਤਰ ਪੜ੍ਹ ਕੇ, ਜਦੋਂ ਮਰਦਾ ਹੈ ਇਹੋ ਜਿਹਾ ਕਾਲੇ ਇਲਮ ਵਾਲਾ, ਉਹ ਭੂਤ ਫਿਰ ਉਸ ਨੂੰ ਆਪਣੇ ਨਾਲ ਹੀ ਲੈ ਜਾਂਦੇ ਵੀ ਚੱਲ ਤੂੰ ਸਾਡੇ ਨਾਲ ਹੀ ਚੱਲ, ਤੂੰ ਸਾਡੇ ਤੋਂ ਕੰਮ ਲਿਆ ਹੈ। ਜਦੋਂ ਕਾਲਾ ਇਲਮ ਕਿਸੇ ਨੂੰ ਦਿੱਤਾ ਜਾਂਦਾ ਉਸ ਵੇਲੇ ਦੇਣ ਵਾਲਾ ਜਿਹੜਾ ਹੁੰਦਾ ਉਹ ਇਹ ਗੱਲ ਕਹਿੰਦਾ ਹੈ ਵੀ ਕਾਲਾ ਇਲਮ ਤੈਨੂੰ ਤਾਂ ਮਿਲੇਗਾ, ਮੰਤਰ ਤਾਂ ਸਿੱਧ ਕਰ ਸਕਦਾ ਕਿ ਮਰਨ ਤੋਂ ਬਾਅਦ ਵਿੱਚ ਮੁਕਤੀ ਨਹੀਂ ਹੈ, ਮੁਕਤ ਨਹੀਂ ਹੋਵੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ ਭਾਈ, ਭੂਤ ਬਣ ਜਾਏਗਾ ਜਾਂ ਭੂਤਾਂ ਨੂੰ ਵਸ ਕਰ ਲਵੇਂਗਾ, ਵਾਵਰੋਲੇ ਦੀ ਸਵਾਰੀ ਕਰਕੇ ਭਟਕਦਾ ਫਿਰੇਗਾ, ਮਿਲਣਾ ਕੁਝ ਨਹੀਂ ਹੈ। ਤੇ ਅੱਜ ਕੱਲ੍ਹ ਤੇ ਘਰਾਂ ਦੇ ਵਿੱਚ ਬੈਠ ਗਿਆ ਭੂਤ ਕੱਢਣ ਵਾਲੇ, ਭੂਤਾਂ ਨੂੰ ਭਜਾਉਣ ਵਾਲੇ। ਇਹ ਕਲਯੁੱਗ ਦਾ ਭਾਈ ਪ੍ਰਭਾਵ ਹੈ। ਪਾਤਸ਼ਾਹ ਕਹਿਣ ਲੱਗੇ ਮਰ ਕੇ ਭੂਤ ਬਣ ਜਾਣਗੇ ਜਾਂ ਫਿਰ ਉਹਨਾਂ ਦੀ ਸਵਾਰੀ ਵਾਵਰੋਲੇ ਬਣਦੇ ਹਨ, ਫਿਰ ਬਖਸ਼ਿਸ਼ ਕਰਦੇ ਹਨ। ਪੈਰੋ ਭੂਤ ਸੀਤਲਾ ਧਾਵੈ। ਤੀਜਾ ਬਚਨ ਨਾਮਦੇਵ ਜੀ ਨੇ ਕੀਤਾ। ਸੀਤਲਾ ਨਾਮ ਦੀ ਇੱਕ ਦੇਵੀ ਹੈ। ਕੁਝ ਲੋਕ ਉਸ ਦੇਵੀ ਦੀ ਪੂਜਾ ਕਰਦੇ ਵੀ ਇਹ ਸੀਤਲਾ ਦੇਵੀ ਹੈ, ਇਹ ਸ਼ਕਤੀ ਹੈ, ਇਹ ਆਦਿ ਭਵਾਨੀ ਵਗੈਰਾ ਕਈ ਕੁਝ ਉਸ ਦੇ ਨਾਮ ਲੈ ਜਾਂਦੇ। ਭਗਤ ਨਾਮਦੇਵ ਜੀ ਕਹਿਣ ਲੱਗੇ ਜੇ ਪੂਜਾ ਪੂਰੀ ਹੋ ਗਈ ਤੇ ਸੀਤਲਾ ਬਣਨਾ ਪਵੇਗਾ, ਮਰਦ ਸਰੀਰ ਤੋਂ ਔਰਤ ਸਰੀਰ ਵਿੱਚ ਆਉਣਾ ਪਵੇਗਾ। ਹੈ ਘਾਟਾ ਹੀ ਹੈ, ਨਫਾ ਕੋਈ ਨਹੀਂ। ਜੇ ਤੇ ਪੂਜਾ ਪੂਰੀ ਹੋ ਗਈ, ਮਨੁੱਖ ਨੇ ਪੂਜਾ, ਮਰਦ ਸਰੀਰ ਨੇ ਪੂਜਾ ਕੀਤੀ ਹੈ ਦੇਵੀ ਦੀ, ਪੂਜਾ ਪੂਰੀ ਹੋਣ ਤੋਂ ਮਗਰੋਂ ਫਿਰ ਔਰਤ ਦਾ ਸਰੀਰ ਮਿਲੇਗਾ। ਜੇ ਪੂਜਾ ਪੂਰੀ ਨਹੀਂ ਹੋਈ ਤੇ ਫਿਰ ਉਸ ਦਾ ਵਾਹਨ ਜਿਹੜਾ ਗਧਾ ਹੈ, ਕਿਉਂਕਿ ਸੀਤਲਾ ਦੀ ਸਵਾਰੀ ਗਧਾ ਮੰਨਿਆ ਹੈ। ਗ੍ਰੰਥਾਂ ਦੇ ਵਿੱਚ ਇਹ ਬਚਨ ਲਿਖਿਆ ਹੈ ਵੀ ਇਹ ਦੇਵਤੇ ਇਸ ਤਰ੍ਹਾਂ ਸਵਾਰੀ ਕਰਦੇ। ਜੇ ਪੂਜਾ ਪੂਰੀ ਨਾ ਹੋਈ ਤੇ ਫਿਰ ਉਸ ਦਾ ਸਵਾਰੀ ਗਧਾ ਖੋਤਾ ਬਣਨਾ ਪਵੇਗਾ। ਖੋਤਾ ਬਣ ਕੇ ਆਪਣੇ ਲੱਕ ਦੇ ਉੱਪਰ ਭਾਰ ਚੁੱਕ ਕੇ ਤੁਰਨਾ ਪਵੇਗਾ। ਹੀਂਗਦੇ ਰਹਿਣਗੇ, ਫਿਰ ਉਸ ਵੇਲੇ ਦੇ ਰੂੜੀਆਂ ਦੇ ਉੱਪਰ ਲੇਟਦੇ ਰਹਿਣਗੇ। ਇਸ ਤਰ੍ਹਾਂ ਫਿਰ ਉਹ ਖੋਤੇ ਬਣ ਕੇ ਜਿਹੜੇ ਹਨ ਉਹ ਜਨਮ ਦੇ ਵਿੱਚ ਆਉਣਗੇ। ਐਸੀ ਉਹਨਾਂ ਦੀ ਹਾਲਤ ਹੁੰਦੀ ਹੈ। ਭਗਤ ਨਾਮਦੇਵ ਜੀ ਕਹਿੰਦੇ ਨਾ ਅਸੀਂ ਭੈਰੋ ਨੂੰ ਮੰਨੀਏ, ਨਾ ਭੂਤਾਂ ਨੂੰ ਮੰਨੀਏ, ਨਾ ਸੀਤਲਾ ਨੂੰ ਮੰਨੀਏ, ਨਾ ਉਹਨਾਂ ਦੀ ਪੂਜਾ ਕਰੀਏ ਤੇ ਨਾ ਉਹਨਾਂ ਵਰਗੇ ਬਣੀਏ, ਜਾਂ ਪੂਜਾ ਅਧੂਰੀ ਰਹਿ ਗਈ ਹੈ ਤੇ ਨਾ ਹੀ ਉਹਨਾਂ ਦੀ ਸਵਾਰੀ ਬਣੀਏ। ਇਹਨਾਂ ਕਾਰਜਾਂ ਵਿੱਚ ਅਸੀਂ ਪੈਂਦੇ ਨਹੀਂ ਹਾਂ। ਹਰ ਬਾਹਨ ਉਹ ਸ਼ਾਰ ਉਡਾਵੇ। ਇਸੇ ਤਰ੍ਹਾਂ ਖਰ ਨਾਮ ਖੋਤੇ ਦਾ ਹੈ। ਜੇ ਸੀਤਲਾ ਦੀ ਪੂਜਾ ਕਰਾਂਗੇ ਤੇ ਖੋਤੇ ਬਣ ਜਾਵਾਂਗੇ, ਤੇ ਜੇ ਭੈਰੋਂ ਦੀ ਪੂਜਾ ਕਰਾਂਗੇ ਤੇ ਭੈਰੋਂ ਦਾ ਵਾਹਨ ਕੁੱਤਾ ਹੈ, ਕੁੱਤੇ ਬਣ ਜਾਵਾਂਗੇ। ਜੇ ਭੂਤਾਂ ਦੀ ਕੋਈ ਪੂਜਾ ਕਰਦਾ ਹੈ ਤੇ ਉਹ ਵਾਵਰੋਲਾ ਬਣ ਕੇ ਸ਼ਾਰ ਉਡਾਵੇ, ਫਿਰ ਸੁਆਹ ਉਡਾਉਂਦੇ ਫਿਰਾਂਗੇ। ਕਦੇ ਕਾਗਜ਼ ਉਡਾ ਦਿੱਤੇ ਤਾਂ ਨੂੰ, ਕਦੇ ਇਸੇ ਤਰ੍ਹਾਂ ਕੱਖ ਉਡਾ ਦਿੱਤੇ, ਕਦੇ ਸੁਆਹ ਉਡਾ ਦਿੱਤੀ। ਇਸ ਤਰ੍ਹਾਂ ਦੀਆਂ ਫਿਰ ਵਾਵਰੋਲੇ ਕਰਮ ਕਰਦੇ, ਕੰਮ ਕਰਦੇ, ਇਸ ਤਰ੍ਹਾਂ ਦੇ ਕੰਮ ਕਰਨੇ ਪੈਂਦੇ ਹਨ। ਉਹ ਤੋਂ ਏਕ ਰਮਈਆ ਲਿਆਓ। ਭਗਤ ਨਾਮਦੇਵ ਜੀ ਕਹਿੰਦੇ ਭਾਈ ਮੈਂ ਤਾਂ ਜੋ ਰਾਮ ਰਮਈਆ ਰਮਿਆ ਹੋਇਆ ਪਰਮਾਤਮਾ ਹੈ ਨਾ ਕਣ ਕਣ ਦੇ ਵਿੱਚ, ਮੈਂ ਤੇ ਕੇਵਲ ਭਾਈ ਉਹਦਾ ਹੀ ਨਾਮ ਲੈਂਦਾ ਹਾਂ। ਉਹਦੇ ਬਿਨਾਂ ਆਪਾਂ ਤਾਂ ਕਿਸੇ ਦਾ ਨਾਮ ਨਹੀਂ ਲਵਾਂਗੇ। ਤੁਸੀਂ ਲੈ ਜਾਓ ਆਪਣੇ ਦੇਵੀ ਦੇਵਤਿਆਂ ਦੀ ਪੂਜਾ, ਇਹ ਪੂਜਾ ਸਾਨੂੰ ਨਹੀਂ ਚਾਹੀਦੀ ਹੈ। ਹਾਂ ਤਾਂ ਏਕ ਰਮਈਆ ਲੈ ਹੋ, ਮੈਂ ਤੇ ਜੋ ਰਮਿਆ ਹੋਇਆ ਰਮਈਆ ਪਰਮਾਤਮਾ ਹੈ, ਕੇਵਲ ਉਹਦਾ ਨਾਮ ਹੀ ਲੈਂਦਾ ਹਾਂ। ਆਣ ਦੇਵ ਬਦਲਾ ਵੰਡੇ ਹੋ। ਅਤੇ ਇਸੇ ਤਰ੍ਹਾਂ ਉਸ ਨਾਮ ਦੇ ਬਦਲੇ ਆਣ ਦੇਵ ਜਿਹੜੇ ਹੋਰ ਦੇਵਤੇ ਹਨ, ਸੋ ਕਹਿਣ ਲੱਗੇ ਵੀ ਉਹਦਾ ਨਾਮ ਨਹੀਂ ਲਵਾਂਗਾ, ਜਾਂ ਕਿਸੇ ਦੇਵਤੇ ਦੀ ਪੂਜਾ ਦੇ ਬਦਲੇ ਤੁਹਾਨੂੰ ਰੱਬ ਦਾ ਨਾਮ ਨਹੀਂ ਮੈਂ ਦੇਵਾਂਗਾ। ਨਹੀਂ, ਮੈਨੂੰ ਇਹ ਸੌਦਾ ਤੁਹਾਡਾ ਮਨਜ਼ੂਰ ਨਹੀਂ ਹੈ। ਸਿਵ ਸਿਵ ਕਰਤੇ ਜੋ ਨਰ ਧਾਵੈ। ਕੁਝ ਲੋਕ ਉਹ ਨੇ ਜਿਹੜੇ ਸ਼ਿਵ ਜੀ ਦੀ ਪੂਜਾ ਕਰਦੇ, ਸ਼ਿਵ ਸ਼ਿਵ ਕਰਤੇ, ਮਹਾਦੇਵ ਦੀ ਪੂਜਾ ਕਰਦੇ, ਸ਼ਿਵ ਜੀ ਨੂੰ ਯਾਦ ਕਰਦੇ। ਅੱਛਾ ਕਹਿਣ ਲੱਗੇ ਸ਼ਿਵ ਸ਼ਿਵ ਕਰਤੇ, ਜਿਹੜੇ ਸ਼ਿਵ ਜੀ ਦਾ ਨਾਮ ਲੈ ਕੇ, ਨਾਂ ਲੈ ਕੇ ਸ਼ਿਵ ਜੀ ਨੂੰ ਧਿਆਉਂਦੇ ਹਨ। ਵਰਦ ਚੜੈ ਡੋਰੂ ਢਮਕਾਵੈ। ਤੇ ਉਹਨਾਂ ਨੂੰ ਫਿਰ ਕੀ ਪ੍ਰਾਪਤ ਹੋਵੇਗਾ? ਜੇ ਪੂਜਾ ਪੂਰੀ ਹੋ ਗਈ ਸ਼ਿਵ ਜੀ ਦਾ ਨਾਮ ਲੈਂਦੇ ਆ ਤੇ ਫਿਰ ਉਹ ਸ਼ਿਵ ਜੀ ਦਾ ਰੂਪ ਹੋ ਜਾਣਗੇ, ਸ਼ਿਵ ਜੀ ਵਰਗੇ ਬਣ ਜਾਣਗੇ। ਗਲ ਦੇ ਵਿੱਚ ਸੱਪ ਪਾਉਣਾ ਪਵੇਗਾ, ਜ਼ਹਿਰ ਵਾਲਾ ਬੜਾ ਭਾਰੀ, ਵੱਡੀਆਂ ਭਾਰੀ ਜਟਾਂ ਰੱਖਣੀਆਂ ਪੈਣਗੀਆਂ, ਪਿੰਡੇ ਤੋਂ ਨੰਗਾ ਰਹਿਣਾ ਪਵੇਗਾ ਤੇ ਸਿਵਿਆਂ ਦੇ ਵਿੱਚ ਸੌਣਾ ਪਵੇਗਾ। ਸ਼ਿਵ ਜੀ ਦਾ ਆਸਨ ਸ਼ਮਸ਼ਾਨ ਭੂਮਿਕਾ ਵਿੱਚ ਮੰਨਦੇ ਵੀ ਸ਼ਮਸ਼ਾਨ ਦੇ ਵਿੱਚ ਸ਼ਿਵ ਜੀ ਰਹਿੰਦਾ ਹੈ।
ਸੋ ਬਚਨ ਕਰਦੇ ਮਹਾਰਾਜ ਜੀ ਵੀ ਜੇ ਤੇ ਸ਼ਿਵ ਜੀ ਦੀ ਪੂਜਾ ਪੂਰੀ ਹੋ ਗਈ ਤੇ ਗਲ ਵਿੱਚ ਸੱਪ ਪਾ ਕੇ ਤੇ ਸਰੀਰ ਤੋਂ ਨੰਗੇ ਰਹਿ ਕੇ ਤੇ ਸਿਵਿਆਂ ਵਿੱਚ ਰਹਿਣਾ ਪਵੇਗਾ। ਇਹ ਵੀ ਭਾਈ ਸਜ਼ਾ ਹੀ ਹੈ, ਕੋਈ ਬਹੁਤਾ ਸੁੱਖ ਨਹੀਂ ਹੈ। ਤੇ ਜੇ ਪੂਜਾ ਪੂਰੀ ਨਾ ਹੋਈ, ਪੂਜਾ ਵਿੱਚ ਕੋਈ ਕਮੀ ਰਹਿ ਗਈ, ਤੇ ਪਾਤਸ਼ਾਹ ਕਹਿਣ ਲੱਗੇ ਫਿਰ ਉਹਦਾ ਜਿਹੜਾ ਵਾਹਨ ਬਲਦ ਬਣਨਾ ਪਵੇਗਾ। ਨੰਦੀ ਭਰੰਦੀ ਇਤਿਆਦਿਕ ਜਿਹੜੇ ਬਲਦ ਨੇ ਇਹਨਾਂ ਦੀ ਸਵਾਰੀ ਕਰਦੇ ਭਗਵਾਨ ਸ਼ਿਵ ਜੀ। ਸੋ ਬਚਨ ਹੈ ਗ੍ਰੰਥਕਾਰਾਂ ਨੇ। ਭਗਤ ਨਾਮਦੇਵ ਜੀ ਕਹਿਣ ਲੱਗੇ ਜੇ ਤੇ ਸ਼ਿਵ ਜੀ ਦੀ ਪੂਜਾ ਨਹੀਂ ਨਾ ਪੂਰੀ ਹੋਈ ਗੁਰਮੁਖੋ ਤੇ ਫਿਰ ਉਹਦਾ ਵਾਹਨ ਬਣਨਾ ਪਵੇਗਾ, ਬਲਦ ਬਣਨਾ ਪਵੇਗਾ ਤੇ ਭਾਰ ਚੁੱਕਣਾ ਪਵੇਗਾ। ਐਸੀ ਸਜ਼ਾ ਵੀ ਫਿਰ ਨਾਲ ਹੀ ਮਿਲਦੀ ਹੈ। ਤਾਂ ਹੀ ਭਗਵਾਨ ਕ੍ਰਿਸ਼ਨ ਜੀਆਂ ਨੇ ਅਰਜਨ ਨੂੰ ਆਖਿਆ ਸੀ, ਅਰਜਨ ਕਿਸੇ ਦੇਵੀ ਦੇਵਤੇ ਦੀ ਜਾਂ ਕਿਸੇ ਭੂਤ ਪ੍ਰੇਤ ਦੀ ਪੂਜਾ ਵਿੱਚ ਨਹੀਂ ਪੈਣਾ ਹੈ, ਕਿਉਂਕਿ ਸਾਰੇ ਤੈਨੂੰ ਜਨਮਾਂ ਦੇ ਵਿੱਚ ਲੈ ਕੇ ਆਉਣਗੇ। ਜੇ ਤੇ ਪੂਜਾ ਪੂਰੀ ਹੋ ਗਈ ਤੇ ਉਸ ਤਰ੍ਹਾਂ ਦਾ ਰੂਪ ਮਿਲ ਜਾਏਗਾ, ਜੇ ਪੂਜਾ ਅਧੂਰੀ ਰਹਿ ਗਈ ਤੇ ਉਸ ਦੀ ਸਵਾਰੀ ਬਣਨਾ ਪਵੇਗਾ। ਸਤਿਗੁਰੂ ਬਚਨ ਕਰਦੇ ਸਿਵ ਸਿਵ ਕਰਤੇ ਜੋ ਨਰ ਧਿਆਵੈ। ਸ਼ਿਵ ਜੀ ਨੂੰ ਨਾਮ ਲੈਂਦੇ ਯਾਦ ਕਰਦੇ ਜਿਹੜੇ ਲੋਕ ਧਿਆਉਂਦੇ ਹਨ। ਬਲਦ ਚੜੇ ਡੋਰੂ ਢਮਕਾਵੇ। ਤੇ ਫਿਰ ਸ਼ਿਵ ਜੀ ਉਹਨਾਂ ਦੇ ਉੱਪਰ ਚੜ੍ਹੇਗਾ, ਉਹ ਬਲਦ ਬਣ ਜਾਣਗੇ ਤੇ ਬਲਦਾਂ ਦੇ ਉੱਪਰ ਚੜ੍ਹ ਕੇ ਸ਼ਿਵ ਜੀ ਡੋਰੂ ਨੂੰ ਟਮਕਾਵੇ ਫਿਰ ਵਜਾਉਂਦਾ ਫਿਰਦਾ ਹੈ। ਡੋਰੂ ਵਜਾਉਣਗੇ, ਡੁਗ ਡੁਗੀ ਵਜਾਉਣਗੇ ਉਹਦੇ ਉੱਪਰ ਚੜ੍ਹ ਕੇ, ਫਿਰ ਸ਼ਿਵ ਜੀ ਉਸ ਬੈਲ ਦੀ ਸਵਾਰੀ ਕਰਦੇ ਹਨ। ਕਹਿਣ ਤੋਂ ਭਾਵ ਇਹ ਹੈ ਕਿ ਪੂਜਾ ਤੇ ਮਨੁੱਖ ਸਰੀਰ ਨੇ ਕੀਤੀ ਹੈ ਤੇ ਫਲ ਉਹਦਾ ਪਸ਼ੂ ਬਣ ਕੇ ਪ੍ਰਾਪਤ ਹੋਵੇਗਾ। ਵੀ ਮਨੁੱਖ ਤੋਂ ਪਸ਼ੂ ਬਣੇਗਾ, ਘਾਟੇ ਵਾਲਾ ਹੀ ਕੰਮ ਹੈ, ਫਾਇਦੇ ਵਾਲਾ ਕੋਈ ਨਹੀਂ ਹੈ। ਮਨੁੱਖਾ ਜਨਮ ਤੋਂ ਅੱਗੇ ਪਸ਼ੂ ਦਾ ਜਨਮ ਪ੍ਰਾਪਤ ਹੋ ਜਾਣਾ ਹੈ। ਮਹਾਮਾਈ ਕੀ ਪੂਜਾ ਕਰੈ। ਕੁਝ ਲੋਕ ਉਹ ਨੇ ਜਿਹੜੇ ਮਹਾਮਾਈ ਦੀ ਪੂਜਾ ਕਰਦੇ। ਮਹਾਮਾਈ ਕਹਿੰਦੇ ਮਹਾਸ਼ਕਤੀ ਨੂੰ। ਮਹਾਸ਼ਕਤੀ ਦਾ ਨਾਮ ਹੈ। ਕੋਈ ਉਸ ਨੂੰ ਆਖ ਦਿੰਦਾ ਵੀ ਉਹ ਜਿਹੜੀ ਦੇਵੀ ਹੈ, ਸੋ ਉਸ ਨੂੰ ਦੁਰਗਾ ਕਹਿ ਦਿੰਦਾ। ਕੋਈ ਉਸ ਨੂੰ ਕਿਸੇ ਨਾਮ ਦੇ ਨਾਲ ਯਾਦ ਕਰਦਾ, ਕੋਈ ਮਹਾਮਾਈ ਕਹਿੰਦਾ ਹੈ। ਭਗਤ ਨਾਮਦੇਵ ਜੀ ਕਹਿਣ ਲੱਗੇ ਮਹਾਮਾਈ ਕੀ ਪੂਜਾ ਕਰੈ। ਕੁਝ ਲੋਕ ਮਹਾਮਾਈ ਦੁਰਗਾ ਵਗੈਰਾ ਦੇਵੀਆਂ ਦੀਆਂ ਪੂਜਾ ਕਰਦੇ ਹਨ। ਨਰ ਸੇ ਨਾਰ ਹੋਏ ਅਵਤਰੈ। ਉਹਨਾਂ ਨੂੰ ਕੀ ਸਜ਼ਾ ਮਿਲੇਗੀ? ਕਹਿਣ ਲੱਗੇ ਜੇ ਪੂਜਾ ਪੂਰੀ ਹੁੰਦੀ ਹੈ ਤੇ ਗੁਰਮੁਖੋ ਉਹ ਜਿਹੜੇ ਲੋਕ ਹਨ ਨਰ ਸੇ ਨਾਰ, ਸੋ ਮਰਦ ਸਰੀਰ ਤੋਂ ਔਰਤ ਸਰੀਰ ਵਿੱਚ ਹੋ ਕੇ ਉਤਰਨਗੇ। ਜਿਹੜੇ ਲੋਕ ਮਹਾਮਾਈ ਦੀ ਪੂਜਾ ਕਰਦੇ ਨੇ, ਜਿਸ ਨੂੰ ਚੰਡੀ ਕਿਹਾ ਜਾਂਦਾ ਹੈ, ਜਿਸ ਨੂੰ ਦੁਰਗਾ ਕਿਹਾ ਜਾਂਦਾ ਹੈ, ਜਿਹੜੇ ਲੋਕ ਉਸ ਦੀ ਪੂਜਾ ਕਰਦੇ। ਕਹਿਣ ਲੱਗੇ ਨਰ ਸੇ ਨਾਰ, ਮਨੁੱਖ ਸਰੀਰ ਦੇ ਵਿੱਚ ਪੂਜਾ ਕੀਤੀ ਹੈ। ਜੇ ਪੂਜਾ ਪੂਰੀ ਹੋ ਗਈ ਤੇ ਫਿਰ ਨਾਰ, ਫਿਰ ਇਸਤਰੀ ਬਣਨਾ ਪਵੇਗਾ। ਹੋਏ ਅਵਤਰੈ, ਇਸ ਤਰ੍ਹਾਂ ਦਾ ਉਹਨਾਂ ਨੂੰ ਇਸ ਸੰਸਾਰ ਵਿੱਚ ਵਰਤਾਰਾ ਰੱਖਣਾ ਪਵੇਗਾ। ਫਿਰ ਬਖਸ਼ਿਸ਼ ਕਰਦੇ ਹਨ। ਨਰ ਸੇ ਨਾਰ ਹੋਏ ਅਵਤਰੈ। ਤੇ ਗੁਰਮੁਖੋ ਜੇ ਪੂਜਾ ਪੂਰੀ ਨਾ ਹੋਈ, ਪੂਜਾ ਵਿੱਚ ਕੋਈ ਕਮੀ ਰਹਿ ਗਈ ਤੇ ਫਿਰ ਦੁਰਗਾ ਦੀ ਸਵਾਰੀ ਸ਼ੇਰ ਮੰਨਿਆ ਹੈ ਵੀ ਸ਼ੇਰ ਦੀ ਸਵਾਰੀ ਦੁਰਗਾ ਕਰਦੀ ਹੈ। ਫਿਰ ਸ਼ੇਰ ਬਣਨਾ ਪਵੇਗਾ ਤੇ ਸ਼ੇਰ ਦੀ ਜੂਨੀ ਵਿੱਚ ਪੈਣਾ ਪਵੇਗਾ। ਮਨੁੱਖਾ ਜਨਮ ਤੋਂ ਫਿਰ ਪਸ਼ੂ ਜੂਨ ਹੀ ਮਿਲੇਗੀ। ਲਾਭ ਕੋਈ ਨਹੀਂ ਹੈ, ਘਾਟੇ ਵਾਲਾ ਹੀ ਇਹ ਵੀ ਸੌਦਾ ਹੈ। ਪੂਜਾ ਪੂਰੀ ਨਹੀਂ ਹੋਈ, ਜੇ ਪੂਰੀ ਹੋ ਗਈ ਤੇ ਇਸਤਰੀ ਦਾ ਸਰੀਰ ਮਿਲ ਜਾਏਗਾ। ਪੂਰੀ ਨਹੀਂ ਹੋਈ ਹੈ ਤੇ ਫਿਰ ਸ਼ੇਰ ਬਣ ਕੇ ਦੁਨੀਆ ਵਿੱਚ ਵਿਚਰਨਾ ਪਵੇਗਾ। ਇਸ ਤਰ੍ਹਾਂ ਭਾਰ ਚੁੱਕਣਾ ਪਵੇਗਾ। ਇਸ ਤਰ੍ਹਾਂ ਦੇ ਬਚਨ ਮਹਾਰਾਜ ਸਾਹਿਬ ਜੀ ਇੱਥੇ ਲਿਖਦੇ ਪਏ। 10ਵੇਂ ਪਾਤਸ਼ਾਹ ਮਹਾਰਾਜ ਨੇ ਚੰਡੀ ਦੀ ਵਾਰ ਲੋਕ ਪੜ੍ਹਦੇ ਨਾ, ਜਿਹਦੇ ਵਿੱਚ ਬਚਨ ਆਉਂਦਾ ਫੇਰ ਨਾ ਜੂਨੀ ਆਇਆ ਜਿਹਨੇ ਇਹ ਗਾਇਆ। ਤੇ ਸਾਡੇ ਵਿੱਚ ਵੀ ਕੁਝ ਲੋਕ ਪੜ੍ਹਦੇ ਨੇ ਵੀ ਇਹ ਜਿਹੜੀ ਚੰਡੀ ਪੜ੍ਹਾਂਗੇ ਤੇ ਫਿਰ ਜੂਨਾਂ ਵਿੱਚ ਨਹੀਂ ਆਵਾਂਗੇ। ਉਹਦਾ ਭਾਵ ਇਹ ਨਹੀਂ ਹੈ। ਧੰਨ 10ਵੇਂ ਪਾਤਸ਼ਾਹ ਮਹਾਰਾਜ ਨੇ ਉਹਦਾ ਬਚਨ ਇਸ ਤਰ੍ਹਾਂ ਲਿਖਿਆ ਹੈ ਕਿ ਜਿਹੜੇ ਲੋਕ ਇਸ ਵਾਰ ਨੂੰ ਪੜ੍ਹ ਕੇ ਜੰਗ ਯੁੱਧ ਕਰਨਗੇ ਤੇ ਧਰਮ ਦੇ ਵਾਸਤੇ ਜਿਹੜੀ ਕੁਰਬਾਨੀ ਕਰਨਗੇ, ਸ਼ਹੀਦੀ ਪਾਉਣਗੇ, ਫੇਰ ਨਾ ਜੂਨੀ ਆਇਆ, ਫਿਰ ਉਹ ਦੁਬਾਰਾ ਜਨਮਾਂ ਵਿੱਚ ਨਹੀਂ ਆਉਣਗੇ। ਕੌਣ ਨਹੀਂ ਜਨਮਾਂ ਵਿੱਚ ਆਉਣਗੇ? ਜਿਹੜੇ ਧਰਮ ਦਾ ਜੰਗ ਕਰਦਿਆਂ ਹੋਇਆਂ ਸ਼ਹੀਦੀ ਪਾ ਜਾਣਗੇ, ਉਹ ਨਹੀਂ ਦੁਬਾਰਾ ਜਨਮਾਂ ਵਿੱਚ ਆਉਣਗੇ। ਪਰ ਨਿਰਾ ਇਕੱਲਾ ਇਹ ਕਹੀ ਜਾਣਾ ਵੀ ਮੈਂ ਕਰਾਂ ਕੁਝ ਨਾ, ਤੇ ਕੇਵਲ ਇਹ ਪੰਕਤੀ ਪੜ੍ਹ ਛੱਡਾਂ ਵੀ ਫੇਰ ਨਾ ਜੂਨੀ ਆਇਆ ਜਿਹਨੇ ਇਹ ਗਾਇਆ, ਤੇ ਇਹ ਤੇ ਭਾਈ ਫਿਰ ਮਨ ਨੂੰ ਭੁਲੇਖਾ ਪਾਉਣ ਵਾਲੀ ਗੱਲ ਹੈ। ਅਸਲ ਵਿੱਚ ਬਚਨ ਇਹ ਹੈ ਵੀ ਜਿਸ ਨੇ ਇਹ ਵਾਰ ਪੜ੍ਹ ਕੇ ਜੰਗ ਲੜਿਆ ਤੇ ਜੰਗ ਦੇ ਵਿੱਚ ਲੜਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕੀਤੀ ਹੈ, ਧਰਮ ਦਾ ਜੰਗ ਕਰਕੇ, ਕਹਿਣ ਲੱਗੇ ਫੇਰ ਨਾ ਜੂਨੀ ਆਇਆ, ਉਹ ਨਹੀਂ ਜਨਮਾਂ ਵਿੱਚ ਆਵੇਗਾ। ਜਿਸ ਨੇ ਇਸ ਤਰ੍ਹਾਂ ਇਸ ਪਾਠ ਨੂੰ ਗਾ ਕੇ ਐਸੀ ਕੁਰਬਾਨੀ ਕੀਤੀ ਹੈ, ਉਹ ਮੁਕਤ ਹੋਵੇਗਾ। ਪਰ ਨਿਰਾ ਇਕੱਲਾ ਆਖੇ ਵੀ ਇਸੇ ਪਾਠ ਨੂੰ ਗਾ ਗਾ ਕੇ ਮੁਕਤ ਹੋ ਜਾਵਾਂਗਾ,
ਇਹ ਉਹਨਾਂ ਦੇ ਮਨ ਦਾ ਭੁਲੇਖਾ ਹੈ, ਭਰਮ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਬਚਨ ਇਹ ਹੈ, ਨਰਸੇ ਨਾਰ ਹੋਏ ਔ ਤਰੈ। ਜੇ ਪੂਜਾ ਪੂਰੀ ਨਹੀਂ ਹੁੰਦੀ ਤੇ ਫਿਰ ਪਸ਼ੂ ਬਣਨਾ ਪੈਂਦਾ ਹੈ। ਤੂੰ ਕਹੀਤ ਹੀ ਆਦ ਭਵਾਨੀ। ਇਸ ਨੂੰ ਕਹਿਣ ਲੱਗੇ ਨਾਮਦੇਵ ਜੀ, ਕਹਿਣ ਲੱਗੇ ਭਾਈ ਉਸ ਦੇਵੀ ਨੂੰ ਆਦ ਭਵਾਨੀ ਕਿਹਾ ਜਾਂਦਾ, ਆਦ ਸ਼ਕਤੀ ਕਿਹਾ ਜਾਂਦਾ ਹੈ। ਜਿਸ ਦੇਵੀ ਨੂੰ, ਦੁਰਗਾ ਦੇਵੀ ਨੂੰ ਜਾਂ ਇਸੇ ਤਰ੍ਹਾਂ ਚੰਡੀ ਦੇਵੀ ਨੂੰ ਆਦ ਭਵਾਨੀ, ਆਦ ਸ਼ਕਤੀ ਆਖਿਆ ਜਾਂਦਾ ਹੈ। ਮੁਕਤ ਕੀ ਬਰੀਆ ਕਹਾਂ ਛੁਪਾਨੀ। ਤੇ ਮੁਕਤੀ ਦੇਣ ਵੇਲੇ ਤੂੰ ਕਿੱਥੇ ਛੁਪ ਗਈ ਹੈ, ਕਿੱਥੇ ਚਲੀ ਗਈ ਹੈ, ਦਿਸਦੀ ਕਿਉਂ ਨਹੀਂ ਹੈ? ਇਹਦੇ ਪਿੱਛੇ ਇੱਕ ਬੜੀ ਵੱਡੀ ਸਾਖੀ ਹੈ। ਭਗਤ ਪੀਪਾ ਜੀ ਹੋਏ ਨੇ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। 15 ਭਗਤ ਨੇ, 15 ਭਗਤਾਂ ਵਿੱਚੋਂ ਇੱਕ ਭਗਤ ਪੀਪਾ ਜੀ ਸਨ, ਜਿਹੜੇ ਕਿ ਦੇਵੀ ਦੇ ਉਪਾਸਕ ਸਨ ਔਰ ਰਾਜੇ ਵੀ ਸਨ। ਸੋ ਰਾਜੇ ਬਣ ਕੇ ਰਾਜ ਕਰਦੇ ਔਰ ਦੇਵੀ ਦੀ ਉਪਾਸਨਾ ਕਰਦੇ। ਇੱਕ ਵਾਰ ਭਗਤ ਪੀਪਾ ਜੀ ਦੇ ਰਾਜ ਵਿੱਚ ਸੰਤ ਆ ਗਏ, ਸਾਧੂ ਆ ਗਿਆ, ਕੁਝ ਮੰਡਲੀ ਆ ਗਈ, ਇਕੱਠੀ ਹੋ ਗਏ। ਉਸ ਵੇਲੇ ਜਦੋਂ ਪਤਾ ਲੱਗਾ ਪੀਪਾ ਜੀ ਨੂੰ, ਰਾਜੇ ਨੂੰ, ਵੀ ਮੇਰੇ ਰਾਜ ਦੇ ਵਿੱਚ, ਮੇਰੇ ਸ਼ਹਿਰ ਦੇ ਵਿੱਚ ਸਾਧੂ ਸੰਤ ਆਏ ਨੇ, ਆਪਣੇ ਨੌਕਰਾਂ ਨੂੰ ਕਹਿਣ ਲੱਗੇ ਕਿ ਜਾਓ ਕੁਝ ਰਸਤ ਪਾਣੀ ਲੈ ਕੇ ਜਾਓ ਤੇ ਮਹਾਤਮਾ ਨੂੰ ਦੇ ਦਿਓ, ਵੀ ਉਹ ਭੋਜਨ ਪ੍ਰਸ਼ਾਦਾ ਬਣਾ ਕੇ ਛਕ ਲੈਣ। ਜਦੋਂ ਨੌਕਰ ਸੇਵਕ ਰਸਤ ਪਾਣੀ ਲੈ ਕੇ ਪਹੁੰਚੇ ਤੇ ਉਹਨਾਂ ਮਹਾਤਮਾ ਨੇ ਨਾ ਕਰ ਦਿੱਤੀ, ਵੀ ਨਹੀਂ ਅਸੀਂ ਰਸਤ ਪਾਣੀ ਨਹੀਂ ਲੈਣਾ। ਨੌਕਰਾਂ ਨੇ ਆ ਕੇ ਰਾਜੇ ਨੂੰ ਦੱਸਿਆ ਵੀ ਰਾਜਨ ਉਹ ਰਸਤ ਪਾਣੀ ਲੈਂਦੇ ਨਹੀਂ, ਮਹਾਤਮਾ ਨੇ ਨਾ ਕਰ ਦਿੱਤੀ ਹੈ। ਦੂਜੀ ਵਾਰੀ ਫਿਰ ਪੀਪਾ ਜੀ ਨੇ ਆਪਣੇ ਵਜ਼ੀਰ ਭੇਜੇ, ਵੀ ਨੌਕਰਾਂ ਦੇ ਹੱਥੋਂ ਨਹੀਂ ਲਿਆ ਹੋਵੇਗਾ ਇਹ ਰਸਤ ਪਾਣੀ, ਚਲੋ ਮੈਂ ਆਪਣੇ ਖਾਸ ਬੰਦੇ ਵਜ਼ੀਰ ਭੇਜ ਦਿੰਦਾ। ਦੂਜੀ ਵਾਰੀ ਵਜ਼ੀਰ ਭੇਜੇਗਾ ਵੀ ਜਾਓ ਜਾ ਕੇ ਮਹਾਤਮਾ ਨੂੰ ਇਹ ਰਸਤ ਜਿਹੜੀ ਹੈ ਦੇ ਕੇ ਆਓ, ਪ੍ਰਸ਼ਾਦਾ ਭੋਜਨ ਬਣਾ ਕੇ ਛਕ ਲੈਣ। ਜਦੋਂ ਦੂਜੀ ਵਾਰੀ ਵਜ਼ੀਰ ਗਏ, ਮਹਾਤਮਾ ਨੇ ਫਿਰ ਨਾ ਕਰ ਦਿੱਤੀ, ਕਹਿਣ ਲੱਗੇ ਨਹੀਂ ਭਾਈ ਤੁਹਾਡੇ ਕੋਲੋਂ ਨਹੀਂ ਇਹ ਕੁਝ ਵੀ ਲਵਾਂਗੇ। ਵਜ਼ੀਰਾਂ ਨੇ ਆ ਕੇ ਫਿਰ ਰਾਜੇ ਨੂੰ, ਪੀਪਾ ਜੀ ਨੂੰ ਦੱਸਿਆ, ਕਹਿਣ ਲੱਗੇ ਵੀ ਉਹ ਮਹਾਤਮਾ ਜਿਹੜੇ ਲੈਂਦੇ ਨਹੀਂ ਸਾਡੇ ਕੋਲੋਂ ਕੁਝ ਵੀ। ਤੀਜੀ ਵਾਰੀ ਫਿਰ ਪੀਪਾ ਜੀ ਨੇ ਆਪਣੇ ਪੁੱਤਰ ਨੂੰ ਭੇਜਿਆ, ਕਹਿਣ ਲੱਗੇ ਜਾ ਪੁੱਤਰ ਵਿੱਚ ਤੇ ਪਿਓ ਵਿੱਚ ਕੋਈ ਫਰਕ ਨਹੀਂ ਹੁੰਦਾ ਹੈ, ਜਾਂ ਸਾਡੀ ਥਾਂ ਤੇ ਤੂੰ ਜਾ ਤੇ ਮਹਾਤਮਾ ਨੂੰ ਇਹ ਜਿਹੜੀ ਰਸਤ ਪਾਣੀ ਹੈ, ਛਕਣ ਵਾਲੇ ਪਦਾਰਥ ਦੇ ਕੇ ਆਓ। ਤੀਜੀ ਵਾਰੀ ਜਦੋਂ ਪੁੱਤਰ ਨੂੰ ਭੇਜਿਆ, ਪੁੱਤਰ ਨੇ ਜਾ ਕੇ ਬੇਨਤੀ ਕੀਤੀ, ਮਹਾਤਮਾ ਜੀ ਮੇਰੇ ਪਿਤਾ ਨਹੀਂ ਆ ਸਕੇ, ਉਹਨਾਂ ਦੀ ਥਾਂ ਤੇ ਮੈਂ ਆਇਆ, ਆਪ ਜੀ ਕਿਰਪਾ ਕਰਕੇ ਰਸਤ ਪਾਣੀ ਨੂੰ ਅੰਗੀਕਾਰ ਕਰ ਲਵੋ। ਤੇ ਉਸ ਵੇਲੇ ਤੀਜੀ ਵਾਰੀ ਵੀ ਮਹਾਤਮਾ ਨੇ ਨਾ ਕਰ ਦਿੱਤੀ, ਕਹਿਣ ਲੱਗੇ ਅਸੀਂ ਪਹਿਲਾਂ ਵੀ ਇਹ ਬਚਨ ਕਹਿ ਚੁੱਕੇ ਹਾਂ ਕਿ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਜਦੋਂ ਤੀਜੀ ਵਾਰੀ ਰਾਜੇ ਦਾ ਪੁੱਤਰ ਮੁੜਿਆ ਤੇ ਹੁਣ ਚੌਥੀ ਵਾਰੀ ਆਪ ਚੱਲਿਆ ਰਸਤ ਪਾਣੀ ਲੈ ਕੇ, ਜਾ ਕੇ ਨਮਸਕਾਰ ਕੀਤੀ, ਕਹਿਣ ਲੱਗਾ ਜੀ ਇਹ ਰਸਤ ਪਾਣੀ ਲਓ, ਆਪ ਜੀ ਅੰਗੀਕਾਰ ਕਰੋ। ਤੇ ਮਹਾਤਮਾ ਨੇ ਪੁੱਛਿਆ, ਕਹਿਣ ਲੱਗੇ ਵੀ ਕੋਈ ਪੂਜਾ ਪਾਠ ਵਗੈਰਾ ਵੀ ਕਰਦਾ, ਕੋਈ ਉਪਾਸਨਾ ਵੀ ਕਰਦਾ ਕਿ ਕੇਵਲ ਰਾਜ ਭਾਗ ਦੇ ਸੁੱਖਾਂ ਵਿੱਚ ਹੀ ਲੱਗਾ ਹੋਇਆ, ਕਿ ਵਿਸ਼ੇ ਵਿਕਾਰਾਂ ਨੂੰ ਭੋਗਣ ਵਿੱਚ ਲੱਗਾ ਹੋਇਆ, ਜਾਂ ਕੋਈ ਰੱਬ ਦਾ ਨਾਮ ਵੀ ਲੈਂਦਾ ਹੈ। ਰਾਜੇ ਨੇ ਜਦੋਂ ਪੀਪਾ ਜੀ ਨੇ ਬਚਨ ਸੁਣਿਆ ਸੰਤਾਂ ਦੇ ਕੋਲੋਂ, ਕਹਿਣ ਲੱਗਾ ਜੀ ਨਹੀਂ ਮੈਂ ਆਦਿ ਸ਼ਕਤੀ ਦੀ ਪੂਜਾ ਕਰਦਾ ਹਾਂ, ਉਹ ਮੁਕਤੀ ਭੁਗਤੀ ਦੀ ਦਾਤੀ ਹੈ, ਮੁਕਤ ਭੁਗਤ ਦੇ ਪਦਾਰਥ ਦਿੰਦੀ ਹੈ। ਮਹਾਂਪੁਰਖਾਂ ਨੇ ਸੁਣਿਆ ਬਚਨ, ਕਹਿਣ ਲੱਗੇ ਠੀਕ ਹੈ ਭਾਈ, ਇਹ ਤੇ ਤੇਰਾ ਬਚਨ ਮੰਨ ਲੈਂਦੇ ਹਾਂ ਵੀ ਉਹ ਭੁਗਤ ਪਦਾਰਥ ਦਿੰਦੀ ਹੈ, ਦੇਵੀ ਪਦਾਰਥ ਦੇ ਸਕਦੀ ਹੈ, ਠੀਕ ਹੈ ਮੰਨਿਆ ਤੇਰਾ ਬਚਨ ਵੀ ਤੈਨੂੰ ਪਦਾਰਥ ਦਿੰਦੀ ਹੈ, ਪਰ ਜਿਹੜਾ ਦੂਜਾ ਬਚਨ ਤੂੰ ਇਹ ਗੱਲ ਕਹੀ ਹੈ ਨਾ ਮੁਕਤੀ ਦਿੰਦੀ ਹੈ, ਦੇਵੀ ਮੁਕਤੀ ਨਹੀਂ ਉਹ ਤੈਨੂੰ ਦੇ ਸਕਦੇ। ਰਾਜਾ ਪੀਪਾ ਕਹਿਣ ਲੱਗਾ ਵੀ ਕਿਉਂ ਨਹੀਂ ਦੇ ਸਕਦੀ ਹੈ? ਮਹਾਤਮਾ ਕਹਿਣ ਲੱਗੇ ਮੁਕਤੀ ਉਹ ਤਾਂ ਨਹੀਂ ਦੇ ਸਕਦੀ ਕਿਉਂਕਿ ਉਹ ਦੇਵੀ ਅਜੇ ਤੱਕ ਆਪ ਮੁਕਤ ਨਹੀਂ ਹੋਈ। ਜਿਹੜੀ ਆਪ ਮੁਕਤ ਨਹੀਂ ਹੋਈ ਤੈਨੂੰ ਮੁਕਤੀ ਕਿਵੇਂ ਦੇਵੇ? ਜੇ ਤੈਨੂੰ ਨਹੀਂ ਯਕੀਨ ਤੇ ਤੂੰ ਉਸ ਦੇਵੀ ਨੂੰ ਪੁੱਛ ਸਕਦਾ ਹੈ। ਸੋ ਕਹਿਣ ਲੱਗੇ, ਬਚਨ ਸੁਣ ਕੇ ਪੀਪਾ ਜੀ ਵਾਪਸ ਚਲੇ ਗਏ। ਜਾ ਕੇ ਇਹਨਾਂ ਨੇ ਦੇਵੀ ਦੀ ਪੂਜਾ ਕੀਤੀ ਹੈ, ਦੇਵੀ ਦੀ ਆਰਾਧਨਾ ਕੀਤੀ, ਦੇਵੀ ਪ੍ਰਗਟ ਹੋਈ। ਪੁੱਛਿਆ ਮੰਗ ਭਗਤਾ ਕੀ ਚਾਹੀਦਾ ਹੈ? ਤੇ ਉਸ ਵੇਲੇ ਪੀਪਾ ਜੀ ਕਹਿਣ ਲੱਗੇ ਵੀ ਮੈਨੂੰ ਮੁਕਤੀ ਚਾਹੀਦੀ, ਆਪ ਜੀ ਮੈਨੂੰ ਮੁਕਤ ਦੇ ਦੇਵੋ, ਮੈਂ ਮੁਕਤ ਹੋ ਜਾਵਾਂ। ਇਹ ਬਚਨ ਸੁਣ ਕੇ ਦੇਵੀ ਚੁੱਪ ਕਰਕੇ ਤੇ ਉੱਥੋਂ ਅਲੋਪ ਹੋ ਗਈ, ਦਿੱਤਾ ਕੁਝ ਨਹੀਂ ਹੈ। ਅਗਲਾ ਦਿਨ ਚੜ੍ਹਿਆ, ਅਗਲੇ ਦਿਨ ਫਿਰ ਇਸ਼ਨਾਨ ਪਾਨ ਕਰਕੇ ਇਹ ਪੀਪਾ ਜੀ ਜਿਹੜੇ ਰਾਜੇ ਸਨ ਇਹਨਾਂ ਨੇ ਫਿਰ ਉਸ ਵੇਲੇ ਆਰਾਧਨਾ ਕੀਤੀ ਹੈ, ਯਾਦ ਕੀਤਾ। ਦੇਵੀ ਫਿਰ ਪ੍ਰਗਟ ਹੋਈ। ਪੁੱਛਿਆ, ਕਹਿਣ ਲੱਗੇ ਮੰਗ ਕੀ ਚਾਹੀਦਾ ਹੈ? ਕਹਿਣ ਲੱਗਾ ਮੰਗ ਤੇ ਕੱਲ੍ਹ ਵਾਲੀ ਹੈ ਕਿ ਮੈਨੂੰ ਆਪ ਜੀ ਮੁਕਤੀ ਦੇ ਦਿਓ। ਦੇਵੀ ਕਹਿਣ ਲੱਗੀ ਬਚਨ ਇਹ ਹੈ ਵੀ ਤੂੰ ਪਦਾਰਥ ਮੰਗ ਲਾ ਵੀ ਕੀ ਚਾਹੀਦਾ, ਰਾਜ ਭਾਗ ਕਵੇਂ ਤੇ ਦੇ ਦੇਵਾਂ,
ਰਾਜ ਵੱਡਾ ਕਰਨਾ ਹੈ ਤੇ ਇਹ ਵੀ ਮੰਗ ਲਾ, ਮਿਲ ਜਾਏਗਾ। ਜੇ ਪਦਾਰਥ ਚਾਹੀਦੇ, ਮਾਇਆ ਚਾਹੀਦੀ ਹੈ ਤੇ ਉਹ ਵੀ ਮੰਗ ਮੈਂ ਦੇ ਸਕਦੀ ਹਾਂ। ਪਰ ਜਿਹੜੀ ਮੁਕਤੀ ਦੀ ਗੱਲ ਤੂੰ ਕਰਦਾ ਹੈ, ਮੁਕਤੀ ਮੈਂ ਦੇ ਨਹੀਂ ਸਕਦੀ, ਕਿਉਂਕਿ ਇੰਨੀ ਸਮਰੱਥ ਮੈਂ ਹੈ ਨਹੀਂ। ਮੁਕਤੀ ਦੇਣਾ ਮੇਰੇ ਵੱਸ ਦੀ ਗੱਲ ਨਹੀਂ ਹੈ। ਇਸ ਤਰ੍ਹਾਂ ਕਹਿ ਕੇ ਉਹ ਦੇਵੀ ਜਿਹੜੀ ਹੈ ਅਲੋਪ ਹੋ ਗਈ। ਫਿਰ ਉਸ ਵੇਲੇ ਭਗਤ ਪੀਪਾ ਜੀ ਉਹਨਾਂ ਸਾਧੂ ਮਹਾਤਮਾ ਦੇ ਕੋਲ ਆ ਕੇ ਆਖਦੇ ਵੀ ਤੁਹਾਡਾ ਬਚਨ ਵਾਕਿਆ ਹੀ ਸੱਚਾ ਹੈ, ਵੀ ਦੇਵੀ ਨੇ ਇਹ ਗੱਲ ਕਹੀ ਹੈ ਮੈਂ ਪਦਾਰਥ ਦੇ ਸਕਦੀ ਹਾਂ ਪਰ ਮੁਕਤੀ ਨਹੀਂ, ਕਿਉਂਕਿ ਉਹ ਮੇਰੇ ਹੱਥ ਵਿੱਚ ਹੈ ਨਹੀਂ ਮੁਕਤੀ ਦੇਣ ਦਾ ਇਹ ਜਿਹੜਾ ਬਲ ਹੈ। ਉਸ ਵੇਲੇ ਮਹਾਤਮਾ ਦੇ ਕੋਲੋਂ ਬਚਨ ਸੁਣ ਕੇ ਫਿਰ ਪੀਪਾ ਜੀ ਰਾਮਾਨੰਦ ਜੀ ਦੇ ਕੋਲ ਆਏ। ਰਾਮਾਨੰਦ ਜੀ ਜੋ ਭਗਤ ਕਬੀਰ ਜੀਆਂ ਦੇ ਗੁਰੂ ਨੇ, ਸੋ ਇਸੇ ਤਰ੍ਹਾਂ ਉਹਨਾਂ ਦੇ ਕੋਲ ਫਿਰ ਪੀਪਾ ਜੀ ਆਏ। ਆਪਣੀ ਘਰਵਾਲੀ ਨੂੰ ਨਾਲ ਲੈ ਕੇ, ਰਾਣੀ ਨੂੰ ਨਾਲ ਲੈ ਕੇ ਆਏ। ਰਾਣੀ ਦਾ ਨਾਮ ਸੀਤਾ ਹੈ। ਇਹ ਸੀਤਾ ਤੇ ਪੀਪਾ ਜੀ ਦੋਨੇ ਜਾਣੇ ਆਏ। ਫਿਰ ਰਾਮਾਨੰਦ ਜੀਆਂ ਨੂੰ ਆ ਕੇ ਨਮਸਕਾਰ ਕੀਤੀ ਹੈ। ਬਚਨ ਕੀਤਾ ਜੀ ਮੈਂ ਰਾਜਾ ਹਾਂ, ਮੈਨੂੰ ਨਾਮ ਦਾ ਉਪਦੇਸ਼ ਦਿਓ ਜਿਸ ਕਰਕੇ ਮੁਕਤ ਹੋ ਜਾਵਾਂ ਔਰ ਪਰਮਾਤਮਾ ਦੀ ਪ੍ਰਾਪਤੀ ਹੋਵੇ। ਉਸ ਵੇਲੇ ਰਾਮਾਨੰਦ ਜੀਆਂ ਨੇ ਫਿਰ ਉਪਦੇਸ਼ ਦੇ ਕੇ ਆਖਿਆ ਵੀ ਰਾਮ ਰਾਮ ਦਾ ਨਾਮ ਜਪਿਆ ਕਰ, ਤੇਰਾ ਭਲਾ ਹੋਵੇਗਾ। ਇਸ ਪੀਪਾ ਜੀ ਜਿਹੜੇ ਰਾਜੇ ਸਨ, ਫਿਰ ਇਹਨਾਂ ਨੇ ਨਾਮ ਜਪਿਆ, ਕਮਾਈ ਕੀਤੀ ਹੈ ਔਰ ਕਮਾਈ ਕਰਕੇ ਫਿਰ ਰੱਬ ਦੇ ਪੂਰਨ ਭਗਤ ਬਣੇ। ਉਹਨਾਂ ਦੀ ਫਿਰ ਗੁਰਬਾਣੀ ਪਾਤਸ਼ਾਹ ਜੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੈ। ਭਗਤ ਪੀਪਾ ਜੀ ਜਿਹੜੇ ਕਿ ਰਾਜੇ ਸਨ, ਬਾਅਦ ਵਿੱਚ ਭਗਤ ਬਣ ਕੇ ਦੁਨੀਆ ਵਿੱਚ ਪ੍ਰਗਟ ਹੋਏ, ਕਿਉਂਕਿ ਪਰਮਾਤਮਾ ਦੀ ਪ੍ਰਾਪਤੀ ਵਾਲੇ ਹੋਏ। ਉਹ ਇੱਥੇ ਬਚਨ ਲਿਖਦੇ ਪਏ, ਕਹਿਣ ਲੱਗੇ ਤੂੰ ਕਹੀਅਤ ਹੀ ਆਦ ਭਵਾਨੀ, ਤੈਨੂੰ ਆਦ ਭਵਾਨੀ ਆਦ ਸ਼ਕਤੀ ਕਿਹਾ ਜਾਂਦਾ ਹੈ। ਕੁਝ ਲੋਕ ਤੈਨੂੰ ਦੁਰਗਾ ਦੇ ਨਾਮ ਦੇ ਨਾਲ ਯਾਦ ਕਰਦੇ, ਕੋਈ ਚੰਡੀ ਦੇ ਨਾਮ ਦੇ ਨਾਲ ਯਾਦ ਕਰਦੇ। ਤੂੰ ਆਪਣੇ ਆਪ ਨੂੰ ਭਵਾਨੀ ਕਹੀਏ, ਬਹੁਤ ਭਾਰੀ ਸ਼ਕਤੀਸ਼ਾਲੀ ਅਖਵਾਉਂਦੀ ਹੈ ਕਿ ਮੈਂ ਬਹੁਤ ਵੱਡੀ ਸ਼ਕਤੀ ਹਾਂ। ਮੁਕਤ ਕੀ ਬਰੀਆ ਕਹਾ ਛਪਾਨੀ। ਪਰ ਜਦੋਂ ਭਗਤ ਪੀਪਾ ਜੀ ਨੇ ਵਰ ਮੰਗਿਆ ਸੀ ਨਾ ਕਿ ਮੈਨੂੰ ਮੁਕਤੀ ਦਾ ਵਰ ਦੇ, ਉਸ ਵੇਲੇ ਦੇਵੀ ਛੁਪ ਗਈ, ਲੁਕ ਗਈ ਵੀ ਨਹੀਂ ਭਗਤਾ ਮੈਂ ਇਹ ਦੇ ਨਹੀਂ ਸਕਦੀ ਹਾਂ, ਮੇਰੇ ਕੋਲ ਇੰਨੀ ਤਾਕਤ ਨਹੀਂ ਵੀ ਮੈਂ ਤੈਨੂੰ ਇਹ ਦੇ ਦੇਵਾਂ। ਭਾਈ ਲਹਿਣਾ ਸਾਹਿਬ ਜੀ ਦਰਸ਼ਨ ਕਰਨ ਵਾਸਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਗਏ ਨਾ ਕਰਤਾਰਪੁਰ ਸਾਹਿਬ ਦੀ ਧਰਤੀ ਤੇ। ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਇੱਥੇ ਹੀ ਰਹਿਣ ਦਾ ਵਿਚਾਰ ਕੀਤਾ ਵੀ ਕੱਲ੍ਹ ਨੂੰ ਅੱਗੇ ਚੱਲਾਂਗੇ। ਅਗਲੇ ਦਿਨ ਦਾ ਅੰਮ੍ਰਿਤ ਵੇਲਾ ਹੋਇਆ ਤੇ ਭਾਈ ਲਹਿਣਾ ਸਾਹਿਬ ਜੀ ਉੱਠ ਕੇ ਇਸ਼ਨਾਨ ਪਾਨ ਕਰਕੇ ਜਦੋਂ ਧਰਮਸ਼ਾਲਾ ਤੋਂ ਬਾਹਰ ਨਿਕਲਦੇ ਤੇ ਕੀ ਵੇਖਦੇ ਪਏ, ਇੱਕ ਔਰਤ ਜਿਹੜੀ ਹੈ ਉਹ ਧਰਮਸ਼ਾਲਾ ਦੇ ਅੰਦਰ ਬਾਹਰ ਪੋਚਾ ਝਾੜੂ ਵਗੈਰਾ ਲਾ ਰਹੀ ਹੈ, ਸੇਵਾ ਕਰ ਰਹੀ ਹੈ। ਉਸ ਵੇਲੇ ਪੁੱਛਿਆ ਭਾਈ ਲਹਿਣਾ ਸਾਹਿਬ ਜੀ ਨੇ, ਕਹਿਣ ਲੱਗੇ ਜੀ ਤੁਸੀਂ ਕੌਣ ਹੋ ਜੋ ਅੰਮ੍ਰਿਤ ਵੇਲੇ ਐਸੀ ਸੇਵਾ ਕਰ ਰਹੇ ਹੋ? ਤੇ ਉਸ ਵੇਲੇ ਭਾਈ ਲਹਿਣਾ ਸਾਹਿਬ ਜੀ ਨੂੰ ਉਸ ਔਰਤ ਨੇ ਆਖਿਆ ਮੈਂ ਉਹ ਜਵਾਲਾ ਦੇਵੀ ਹਾਂ ਜਿਸ ਦੇ ਤੁਸੀਂ ਦਰਸ਼ਨ ਕਰਨ ਵਾਸਤੇ ਚੱਲੇ ਹੋ, ਮੈਂ ਉਹ ਦੇਵੀ ਹਾਂ। ਪੁੱਛਿਆ ਇੱਥੇ ਕੀ ਕਰਦੇ ਪਏ ਹੋ? ਤੇ ਜਵਾਲਾ ਦੇਵੀ ਨੇ ਆਖਿਆ, ਕਹਿਣ ਲੱਗੀ ਜਿਹੜੇ ਵਰ ਤੁਸੀਂ ਮੇਰੇ ਕੋਲ ਜਾ ਕੇ ਮੰਗਦੇ ਹੋ, ਵਸਤੂਆਂ ਮੰਗਦੇ ਹੋ, ਪਦਾਰਥ ਮੰਗਦੇ ਹੋ, ਉਹ ਮੈਂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਵਿੱਚ ਝਾੜੂ ਮਾਰ ਕੇ ਸੇਵਾ ਕਰਕੇ ਇੱਥੋਂ ਵਰ ਲੈਂਦੀ ਹਾਂ। ਬੋਲੇ ਸੋ ਨਿਹਾਲ। ਇੱਥੋਂ ਵਰ ਲੈ ਕੇ ਬਖਸ਼ਿਸ਼ ਲੈ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚੋਂ ਤੇ ਫਿਰ ਮੈਂ ਜਿਹੜੇ ਭਗਤ ਮੇਰੇ ਕੋਲ ਆਉਂਦੇ ਨੇ ਫਿਰ ਮੈਂ ਉਹਨਾਂ ਨੂੰ ਅੱਗੇ ਵੰਡ ਦਿੰਦੀ ਹਾਂ। ਇੱਥੋਂ ਸੇਵਾ ਕਰਕੇ ਮੈਨੂੰ ਸਭ ਕੁਝ ਮਿਲਦਾ ਹੈ। ਜਦੋਂ ਭਾਈ ਲਹਿਣਾ ਸਾਹਿਬ ਜੀ ਨੇ ਬਚਨ ਸੁਣੇ ਵੀ ਜਿਸ ਦੇ ਦਰਸ਼ਨ ਕਰਨ ਵਾਸਤੇ ਜਾਣਾ ਹੈ ਉਹ ਤੇ ਆਪ ਇੱਥੋਂ ਸੇਵਾ ਕਰਕੇ ਬਰਕਤਾਂ ਲੈਂਦੀ, ਫਿਰ ਅੱਗੇ ਜਾ ਕੇ ਵੰਡਦੀ ਹੈ, ਤੇ ਫਿਰ ਇਸ ਗੁਰੂ ਨਾਨਕ ਸਾਹਿਬ ਦਾ ਦਰ ਛੱਡ ਕੇ ਜਾਣਾ ਹੀ ਕਿਉਂ ਹੈ? ਫਿਰ ਮੈਂ ਤੇ ਨਹੀਂ ਇੱਥੋਂ ਜਾਵਾਂਗਾ। ਫਿਰ ਭਾਈ ਲਹਿਣਾ ਸਾਹਿਬ ਜੀ ਪੱਕੇ ਤੌਰ 'ਤੇ ਕਰਤਾਰਪੁਰ ਸਾਹਿਬ ਹੀ ਰਹਿ ਪਏ, ਯਾਤਰਾ ਕਰਨ ਗਏ ਹੀ ਨਹੀਂ, ਉੱਥੇ ਹੀ ਸੇਵਾ ਕਰਦੇ ਰਹੇ। ਸੇਵਾ ਕਰਕੇ ਐਸਾ ਬਚਨ ਕਮਾਇਆ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਖੁਸ਼ ਹੋ ਕੇ ਆਪਣੀ ਜਗ੍ਹਾ 'ਤੇ ਉਹਨਾਂ ਨੂੰ ਬਿਰਾਜਮਾਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਏ ਆਪਣਾ ਰੂਪ ਬਣਾ ਕੇ ਦੂਜਾ ਗੁਰੂ ਨਾਨਕ ਬਣਾ ਕੇ ਗੁਰਤਾ ਗੱਦੀ 'ਤੇ ਬਿਠਾ ਦਿੱਤਾ। ਸੋ ਐਸੀ ਦਾਤ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚੋਂ ਨਾਨਕ ਤੂੰ ਲਹਿਣਾ ਤੂੰ ਹੈ, ਅਮਰ ਤੂੰ ਵਿਚਾਰਿਆ, ਗੁਰ ਅਮਰ ਤੂੰ ਵਿਚਾਰਿਆ, ਇਹ ਮਹਾਰਾਜ ਨੇ ਬਾਣੀ ਵਿੱਚ ਬਚਨ ਵੀ ਲਿਖਿਆ। ਫਿਰ ਸੋ ਬਚਨ ਆ ਗਿਆ, ਕਹਿਣ ਲੱਗੇ ਮੁਕਤ ਕੀ ਬਰੀਆ ਕਹਾਂ ਛੁਪਾਨੀ। ਜਦੋਂ ਭਗਤ ਪੀਪਾ ਜੀ ਨੇ ਵਰ ਮੰਗਿਆ ਤੇ ਦੇਵੀ ਛੁਪ ਗਈ ਹੈ, ਕਿਉਂਕਿ ਉਹਦੇ ਵਿੱਚ ਇੰਨਾ ਬਲ ਹੀ ਨਹੀਂ ਹੈ ਵੀ ਉਹ ਮੁਕਤੀ ਦੇ ਸਕੇ। ਮੁਕਤੀ ਪਰਮਾਤਮਾ ਦੇ ਨਾਮ ਨੇ ਦੇਣੀ ਹੈ। ਇਸ ਤਰ੍ਹਾਂ ਭਗਤ ਨਾਮਦੇਵ ਜੀ ਉਹ ਜਿਹੜੇ ਲੋਕ ਇਕੱਠੇ ਹੋ ਕੇ ਆਏ ਸਨ, ਕੋਈ ਆਖਦਾ ਭੈਰੋਂ ਦੀ ਪੂਜਾ ਕਰੋ, ਕੋਈ ਆਖਦਾ ਭੂਤਾਂ ਦੀ ਕਰੋ, ਕੋਈ ਆਖਦਾ ਸੀਤਲਾ ਦੀ ਕਰੋ, ਕੋਈ ਆਖਦਾ ਸ਼ਿਵ ਜੀ ਦੀ ਪੂਜਾ ਕਰੋ।
ਕੋਈ ਮਹਾਮਾਈ ਦੀ ਪੂਜਾ ਵਾਸਤੇ ਕਹਿੰਦਾ ਹੈ, ਉਹਨਾਂ ਸਾਰਿਆਂ ਨੂੰ ਫਿਰ ਭਗਤ ਨਾਮਦੇਵ ਜੀ ਇਹ ਸ਼ਬਦ ਵਿੱਚ ਉੱਤਰ ਦਿੰਦੇ ਹਨ, ਗੁਰਮਤਿ RAM ਨਾਮ ਗਹੁ ਮੀਤਾ। ਉਸ ਵੇਲੇ ਭਗਤ ਨਾਮਦੇਵ ਜੀ ਨੂੰ ਪੁੱਛਿਆ, ਨਾਮਦੇਵ ਜੀ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ, ਆਪਣੇ ਵਿਚਾਰ ਤੁਸੀਂ ਵੀ ਰੱਖੋ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ, ਕਹਿੰਦੇ ਭਾਈ ਸਾਡਾ ਇਹ ਵਿਚਾਰ ਆ ਗੁਰਮਤਿ, ਗੁਰੂ ਦੀ ਸਿੱਖਿਆ, ਗੁਰੂ ਦੀ ਮੱਤ ਲੈ ਕੇ। ਤੇ ਪਾਤਸ਼ਾਹ ਕਹਿਣ ਲੱਗੇ RAM ਨਾਮ ਗਹੁ ਮੀਤਾ। ਮਿੱਤਰੋ RAM ਦੇ ਨਾਮ ਨੂੰ ਫੜ ਲਓ ਜੇ ਮੇਰੀ ਸਲਾਹ ਲੈਣਾ ਚਾਹੁੰਦੇ ਹੋ ਨਾ। ਗੁਰਮਤਿ ਗੁਰੂ ਦੀ ਮੱਤ, ਗੁਰ ਕੀ ਮਾਤੂ ਲੇਹ ਇਆਨੇ, ਭਗਤ ਬਿਨਾ ਬਹੁਤ ਡੂਬੇ ਸਿਆਣੇ। ਮੇਰੀ ਮੱਤ ਇਹ ਹੈ, ਮੇਰੀ ਵਿਚਾਰ ਇਹ ਹੈ ਕਿ RAM ਨਾਮ ਗਹੁ ਮੀਤਾ। ਮਿੱਤਰੋ RAM ਦੇ ਨਾਮ ਨੂੰ ਫੜ ਲਓ, ਵਾਹਿਗੁਰੂ 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 ਦਾ ਚਿੰਤਨ ਕਰੋ ਹਰ ਵੇਲੇ। ਛੱਡੋ ਇਹਨਾਂ ਦੇਵੀ ਦੇਵਤਿਆਂ ਦੀ ਉਪਾਸਨਾ, ਤੇ ਆਪ ਮੁਕਤ ਨਹੀਂ ਹੋਏ, ਤੁਹਾਨੂੰ ਮੁਕਤ ਕਿਵੇਂ ਕਰ ਦੇਣਗੇ। ਮੇਰੀ ਵਿਚਾਰ ਇਹ ਆ ਵੀ ਰੱਬ ਦੇ ਨਾਮ ਨੂੰ ਲੈਣਾ ਕਰੋ। ਪ੍ਰਣਵੇ ਨਾਮਾ ਇਉ ਕਹੈ ਗੀਤਾ। ਸੋ ਉਸ ਵੇਲੇ ਭਗਤ ਨਾਮਦੇਵ ਜੀ ਕਹਿਣ ਲੱਗੇ, ਜਿਸ ਵੇਲੇ ਤੁਸੀਂ ਰੱਬ ਦਾ ਨਾਮ ਲਵੋਗੇ, ਵਾਹਿਗੁਰੂ ਵਾਹਿਗੁਰੂ ਕਹੋਗੇ, ਸੋ ਉਸ ਵੇਲੇ ਤੁਸੀਂ ਇਸ ਲੋਕ ਪਰਲੋਕ ਦੇ ਵਿੱਚ ਪਾਰ ਉਤਰ ਜਾਓਗੇ। ਇਸ ਤਰ੍ਹਾਂ ਕਹਿ ਕੇ ਭਗਤ ਨਾਮਦੇਵ ਜੀ ਕਹਿਣ ਲੱਗੇ, ਪ੍ਰਣਵੈ ਨਾਮਾ। ਨਾਮਦੇਵ ਜੀ ਕਹਿੰਦੇ ਹਨ, ਇਉਂ ਕਹਿ ਗੀਤਾ, ਗੀਤਾ। ਸੋ ਇਹ ਵੱਖਰਾ ਵੱਖਰਾ ਪਾਠ ਕੀਤਾ ਹੈ। ਕਹਿਣ ਲੱਗੇ ਇਸ ਤਰ੍ਹਾਂ ਕਹਿ ਕੇ ਉਹ ਜਿਹੜੀ ਦੇਵੀ ਹੈ ਨਾ, ਗੀ ਤੋਂ ਭਾਵ ਵੀ ਚਲੀ ਗਈ, ਰੁਕੀ ਨਹੀਂ ਉੱਥੇ। ਪੀਪਾ ਜੀ ਨੂੰ ਕਹਿਣ ਲੱਗੀ, ਪੀਪਾ ਜੀ ਜੇ ਮੁਕਤੀ ਲੈਣੀ ਚਾਹੁੰਦੇ ਹੋ ਤਾਂ ਫਿਰ ਰੱਬ ਦਾ ਹੀ ਨਾਮ ਜਪੋ, ਜੇ ਪਦਾਰਥ ਲੈਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਮੇਰੇ ਨਾਲ ਜੁੜੇ ਰਹੋ, ਜੋ ਚਾਹੋਗੇ ਉਹ ਮਿਲ ਜਾਏਗਾ। ਭਗਤ ਨਾਮਦੇਵ ਜੀ ਕਹਿਣ ਲੱਗੇ ਵੀ ਇਸ ਤਰ੍ਹਾਂ ਕਹਿ ਕੇ ਉਹ ਜਿਹੜੀ ਦੇਵੀ ਹੈ ਉਹ ਗੀਤ ਆ, ਤੇ ਇਸ ਵੇਲੇ ਗੀਤ ਤੋਂ ਭਾਵ ਹੈ ਚਲੀ ਗਈ, ਰੁਕੀ ਨਹੀਂ। ਵੀ ਮੇਰੇ ਵਿੱਚ ਇੰਨੀ ਸਮਰੱਥਾ ਹੈ ਹੀ ਨਹੀਂ, ਮੇਰੇ ਵਿੱਚ ਇੰਨੀ ਪਹੁੰਚ ਨਹੀਂ ਹੈ ਕਿ ਮੈਂ ਤੁਹਾਨੂੰ ਇਹ ਨਾਮ ਦੇ ਕੇ ਤੇ ਮੁਕਤ ਕਰ ਸਕਾਂ। ਇਸ ਤਰ੍ਹਾਂ ਭਗਤ ਨਾਮਦੇਵ ਜੀਆਂ ਨੇ ਸ਼ਬਦ ਉਚਾਰ ਕੇ ਉਹ ਜਿਹੜੇ ਵੱਖਰੇ ਵੱਖਰੇ ਉਪਾਸ਼ਕ ਆਏ ਸਨ, ਉਪਾਸਨਾ ਵੀ ਆਪਾਂ ਦੇਵੀ ਦੀ ਕਰੀਏ ਕਿ ਦੇਵਤਿਆਂ ਦੀ ਕਰੀਏ, ਉਹਨਾਂ ਨੂੰ ਭਗਤ ਨਾਮਦੇਵ ਜੀਆਂ ਨੇ ਇੱਥੇ ਸਮਝਾਇਆ ਹੈ ਵੀ ਜੇ ਨਾਮ ਲੈਣਾ ਤੇ ਉਹਦਾ ਨਾਮ ਲਓ ਜਿਹਨੇ ਦੁਨੀਆ ਬਣਾਈ ਹੈ, ਜਿਨ੍ਹਾਂ ਦੀ ਉਪਾਸਨਾ ਤੁਸੀਂ ਕਰਦੇ ਪਏ ਹੋ। ਜੇ ਉਪਾਸਨਾ ਪੂਰੀ ਹੋ ਗਈ ਤੇ ਉਸ ਦਾ ਰੂਪ ਬਣ ਜਾਓਗੇ, ਜੇ ਉਪਾਸਨਾ ਅਧੂਰੀ ਰਹਿ ਗਈ ਤੇ ਉਹਨਾਂ ਦੀ ਸਵਾਰੀ ਬਣ ਜਾਓਗੇ। ਇਸ ਕਰਕੇ ਗੁਰੂ ਕੇ ਸਿੱਖ ਨੇ ਨਾ ਕਿਸੇ ਦੀ ਸਵਾਰੀ ਬਣਨਾ ਹੈ, ਨਾ ਕਿਸੇ ਦਾ ਰੂਪ ਲੈਣਾ ਹੈ, ਨਾਮ ਜਪ ਕੇ ਪ੍ਰਮਾਤਮਾ ਦੇ ਵਿੱਚ ਅਭੇਦ ਹੋਣਾ ਹੈ। ਇਹ ਗੁਰੂ ਦੀ ਸਿੱਖਿਆ ਗੁਰੂ ਦੇ ਸਿੱਖ ਵਾਸਤੇ ਹੈ। ਇਹ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦਾ ਉਪਦੇਸ਼ ਬਖਸ਼ਿਸ਼ ਕੀਤਾ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ ਸਤਿਗੁਰੂ ਕਿਰਪਾ ਕਰਨ। ਇੱਕ ਸ਼ਬਦ ਭਗਤ ਨਾਮਦੇਵ ਜੀ ਦਾ ਅਜੇ ਬਾਕੀ ਹੈ, ਫਿਰ ਆਪਾਂ ਭਗਤ ਰਵਿਦਾਸ ਜੀਆਂ ਦੇ 2 ਸ਼ਬਦ ਅੱਗੇ ਆਉਣਗੇ, ਉਹ ਸਰਵਣ ਕਰਾਂਗੇ। ਉਸ ਤੋਂ ਬਾਅਦ ਵਿੱਚ ਇਹ ਗੂੰਡ ਰਾਗ ਜਿਹੜਾ ਹੈ ਇਹ ਸੰਪੂਰਨ ਹੋ ਜਾਏਗਾ। ਸੋ 3 ਦਿਨਾਂ ਦੇ ਵਿੱਚ ਇਸ ਰਾਗ ਦੀ ਅੱਗੇ ਸੰਪੂਰਨਤਾ ਹੀ ਹੋਣੀ ਹੈ। ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ। ਜੋ ਸੱਜਣ ਅਸੀਸੜੀਆਂ ਜੋ ਸਾਹਿਬ ਸਿਓ ਮਿਲੋ। ਗੁਰਮਤਿ RAM ਨਾਮ ਗਹੁ ਮੀਤਾ, ਪ੍ਰਣਵੇ ਨਾਮਾ ਇਉ ਕਹਿ ਗੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ